ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣਹੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਹਬ ਨਾ ਦਾਵੇ ਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ ਘਰ ਤੀਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਲੱਖ 84 ਭ੍ਰਮਤੇ ਭ੍ਰਮਤੇ ਦੁਲੱਭ ਜਨਮ ਅਬ ਪਾਇਓ। ਰੇ ਮੂੜੇ ਤੂੰ ਹੋਸ਼ੈ ਰਸ ਲਪਟਾਇਓ। ਲੱਖ 84 ਭ੍ਰਮਤੇ ਭ੍ਰਮਤੇ ਦੁਲੱਭ ਜਨਮ ਅਬ ਪਾਇਓ। ਰੇ ਮੂੜੇ ਤੂੰ ਹੋਸ਼ੈ ਰਸ ਲਪਟਾਇਓ। ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆ ਸਿਉ ਉਰਝਾਇਓ। ਰਹਾਉ ਰਤਨ ਜਬੇਹਰ ਬਨ ਜਨ ਆਇਓ। ਕਾਲਰ ਲਾਦ ਚਲਾਇਓ। ਜਿਹ ਘਰ ਮਹਿ ਤੁਧ ਰਹਿਣਾ ਬਸਨਾ ਸੋ ਘਰ ਚੀਤ ਨ ਆਇਓ।
ਅਟਲ ਅਖੰਡ ਪ੍ਰਾਣ ਸੁਖਦਾਈ। ਇਕ ਨਿਮਖ ਨਹੀਂ ਤੁਜ ਗਾਇਓ, ਜਹਾਂ ਜਾਣਾ ਸੋ ਥਾਨ ਵਿਸਾਰਿਓ। ਇਕ ਨਿਮਖ ਨਹੀਂ ਮਨ ਲਾਇਓ, ਪੁੱਤਰ ਕਲਤਰ ਗ੍ਰਹਿ ਦੇਖ ਸਮਗਰੀ। ਇਸ ਹੀ ਮਹਿ ਉਰਝਾਇਓ, ਜਿਤ ਕੋ ਲਾਇਓ ਤਿਤ ਹੀ ਲਾਗਾ। ਤੈਸੇ ਕਰਮ ਕਮਾਇਓ, ਭਇਓ ਜੋ ਭਇਓ ਕਿਰਪਾਲ। ਤਾਂ ਸਾਧ ਸੰਗ ਪਾਇਆ, ਜਨ ਨਾਨਕ ਬ੍ਰਹਮ ਧਿਆਇਓ। ਪੁੱਤਰ ਕਲਤਰ ਗ੍ਰਹਿ ਦੇਖ ਸਮਗਰੀ। ਇਸ ਹੀ ਮਹਿ ਉਰਝਾਇਓ, ਜਿਤ ਕੋ ਲਾਇਓ ਤਿਤ ਹੀ ਲਾਗਾ। ਤੈਸੇ ਕਰਮ ਕਮਾਇਓ, ਜੋ ਭਇਓ ਕਿਰਪਾਲ। ਤਾਂ ਸਾਧ ਸੰਗ ਪਾਇਆ, ਜਨ ਨਾਨਕ ਬ੍ਰਹਮ ਧਿਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ ਦੇ ਮਾਲਕ, ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਆਪ ਜੀ ਨੇ ਸ਼ਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ, ਘਰ ਤੀਜਾ, ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 1017 ਅੰਕ ਤੇ
ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਘਰ ਤੀਜਾ, ਤੀਜੇ ਘਰ ਸੁਰਤਾਲ ਵਿੱਚ ਪਾਤਸ਼ਾਹ ਜੀ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਅਸ਼ਟਪਦੀਆਂ, ਅਸ਼ਟਪਦੀਆਂ ਤੋਂ ਭਾਵ 8 ਪਦਿਆਂ ਵਾਲੇ ਸ਼ਬਦਾਂ ਦੀ ਇੱਥੇ ਆਰੰਭਤਾ ਹੁੰਦੀ ਹੈ। ਜੇ ਇੱਕ ਅਸ਼ਟਪਦੀ ਆਉਂਦੀ ਫਿਰ ਇੱਕ ਵਚਨ ਹੋਣਾ ਸੀ, ਅਤੇ ਬਹੁ ਵਚਨ ਅਸ਼ਟਪਦੀਆਂ ਭਾਵ 8 ਪਦਿਆਂ ਵਾਲੇ ਕਈ ਸ਼ਬਦ ਇਸ ਪਾਵਨ ਸਰਲੇਖ ਵਿੱਚ ਆਏ ਹਨ। ਅਤੇ ਸਤਿਗੁਰੂ ਜੀ ਆਰੰਭਤਾ ਵਿੱਚ ਮੰਗਲਾਚਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ ਅਤੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਸਦਕਾ ਐਸਾ ਪਰਮੇਸ਼ਰ ਪ੍ਰਾਪਤ ਹੁੰਦਾ ਹੈ। 184 ਭ੍ਰਮ ਤੇ ਦੁਲਭ ਜਨਮ ਅਬ ਪਾਇਓ, ਰੇ ਮੂੜੇ ਤੂੰ ਹੋਛੈ ਰਸ ਲਪਟਾਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਸਾਨੂੰ ਪਾਵਨ ਉਪਦੇਸ਼ ਦੇ ਰਹੇ ਨੇ ਕਿ ਇਹ ਜੀਵ, ਇਹ ਮੂਰਖ ਜੀਵ, ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਇਹ ਮਨੁੱਖਾ ਦੇਹੀ ਐਵੇਂ ਨਹੀਂ ਮਿਲ ਗਈ। 84 ਦਾ ਤਾਂ ਚੱਕਰ ਕੱਟਣਾ ਕੀਤਾ, 84 ਲੱਖ ਜੂਨਾਂ ਵਿੱਚ ਭਟਕਦੇ ਹਾਂ। ਫਿਰ ਤੈਨੂੰ ਹੁਣ ਇਹ ਬੜਾ ਕੀਮਤੀ ਮਨੁੱਖਾ ਜਨਮ ਮਿਲਿਆ ਹੈ। ਇਸ ਸਮੇਂ ਦੇ ਵਿੱਚ ਤੂੰ ਆਪਣੇ ਜੀਵਨ ਨੂੰ ਸੁਧਾਰਨਾ ਕਰ, ਕਿਉਂਕਿ ਮਿਲਿਆ ਇਹ ਮਨੁੱਖਾ ਜਨਮ ਪ੍ਰਭੂ ਨਾਲ ਮਿਲਣ ਲਈ, ਪ੍ਰਭੂ ਦੀ ਬੰਦਗੀ ਕਰਨ ਦੇ ਲਈ। ਪਰ ਜੀਵ ਨੇ ਗੁਰੂ ਸਵਾਰਿਓ ਇਸੇ ਤਰ੍ਹਾਂ ਹੀ ਵਿਅਰਥ ਆਪਣੇ ਮਨੁੱਖਾ ਜਨਮ ਨੂੰ ਅਜਾਈਂ ਗਵਾ ਦਿੱਤਾ। ਕਿਵੇਂ ਗਵਾਇਆ ਹੈ? ਤੇ ਸਤਿਗੁਰੂ ਬਚਨ ਕਰਦੇ ਨੇ ਕਿ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜਿਹੜੀ ਰਾਤ ਸੀ, ਰਾਤ ਪਰਮਾਤਮਾ ਨੇ ਮਨੁੱਖ ਨੂੰ ਸੌਣ ਲਈ ਬਣਾਉਣਾ ਕੀਤੀ ਹੈ, ਆਰਾਮ ਕਰਨ ਦੇ ਲਈ। ਦਿਨ ਵੇਲੇ ਮਨੁੱਖ ਕੰਮ ਧੰਦਾ ਕਰਦਾ ਹੈ ਅਤੇ ਰਾਤ ਵੇਲੇ ਮਨੁੱਖ ਨੇ ਆਰਾਮ ਕਰਨਾ। ਕਦੇ ਰਾਤ ਤਾਂ ਸੌ ਕੇ ਗਵਾ ਲਈ, ਸਵੇਰ ਦਾ ਸਮਾਂ ਹੋਇਆ ਫਿਰ ਖਾਣਾ ਪੀਣਾ ਹੰਢਾ ਲਿਆ, ਪਹਿਨ ਲਿਆ, ਫਿਰ ਆਪਣੇ ਕੰਮ ਧੰਦਿਆਂ 'ਤੇ ਚਲਿਆ ਗਿਆ। ਇਸ ਤਰ੍ਹਾਂ ਗੁਰੂ ਸਵਾਰਿਓ ਆਪਣਾ ਸਾਰਾ ਦਿਨ ਵੀ ਅਜਾਈਂ ਗਵਾ ਦਿੱਤਾ। ਅਤੇ ਸਤਿਗੁਰੂ ਕਹਿੰਦੇ ਜਿਹੜਾ ਮਨੁੱਖਾ ਜਨਮ ਕਿਹੋ ਜਿਹਾ ਹੀਰੇ ਜਿਹਾ, ਹੀਰਾ ਜਿਵੇਂ ਵੱਡਾ ਕੀਮਤੀ ਹੈ ਨਾ, ਇਸੇ ਤਰ੍ਹਾਂ ਮਨੁੱਖਾ ਜਨਮ ਬੜਾ ਕੀਮਤੀ ਹੈ। ਪਰ ਕਹਿੰਦੇ ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੌਡੀਆਂ ਦੇ ਭਾਅ ਅਜਾਈ ਗਵਾ ਦਿੱਤਾ। 184 ਭ੍ਰਮ ਤੇ ਦੁਲਭ ਜਨਮ ਅਵ ਪਾਇਓ। ਮਾਨਸ ਜਨਮ ਦੁਲੰਭ ਹੈ, ਹੋਏ ਨ ਬਾਰੈ ਬਾਰ, ਜਿਉਂ ਬਨ ਫਲ ਪਾਕੇ ਭੂਏ ਗਿਰੈ, ਬਹੁ ਨ ਲਾਗੈ ਡਾਰ। ਕਬੀਰ ਸਾਹਿਬਾਨ ਜੀ ਬਚਨ ਕਰਦੇ ਨੇ, ਕਹਿੰਦੇ ਮਨੁੱਖਾ ਜਨਮ ਭਾਈ ਬੜਾ ਦੁਲਭ ਕੀਮਤੀ ਹੈ। ਇਹ ਬਾਰ-ਬਾਰ ਮਿਲਣ ਵਾਲਾ ਨਹੀਂ ਹੈ। ਅੱਜ ਮਿਲਿਆ ਅਤੇ ਕੱਲ੍ਹ ਨੂੰ ਪਤਾ ਨਹੀਂ ਆਪਾਂ ਕਿਹੜੀ ਜੁਨਮ ਵਿੱਚ ਪੈਣਾ ਹੈ। ਜਿਨ੍ਹਾਂ ਦਾ ਆਪਣੇ ਮਨੁੱਖਾ ਜਨਮ ਵਿੱਚ ਰਹਿ ਕੇ ਪਰਮਾਤਮਾ ਦੀ ਇਬਾਦਤ ਕੀਤੀ, ਉਸ ਗੁਰੂ ਜਪਣਾ ਕੀਤਾ, ਉਹਦਾ ਤਾਂ ਫਿਰ ਮਨੁੱਖਾ ਜਨਮ ਸਫਲਾ ਹੋ ਜਾਂਦਾ ਹੈ। ਜਿਹੜਾ ਗੁਰੂ ਸਰ ਇਸੇ ਤਰ੍ਹਾਂ ਹੀ ਆਪਣੇ ਮਨੁੱਖਾ ਜਨਮ ਨੂੰ ਅਜਾਈਂ ਗਵਾ ਲਿਆ, ਅਤੇ ਸਤਿਗੁਰੂ ਕਹਿੰਦੇ ਫਿਰ ਭਾਈ ਤੇਰਾ ਬੜਾ ਕੀਮਤੀ ਜਨਮ ਹੈ, ਇਹ ਵਾਰ-ਵਾਰ ਮਿਲਣ ਵਾਲਾ ਨਹੀਂ ਹੈ। ਪਰ ਮੈਂ ਦੇਖ ਰਿਹਾ ਹਾਂ ਇਹ ਮੂਰਖ ਜੀਵ, ਮੈਂ ਆਪਣੇ ਨੇਤਰਾਂ ਨਾਲ ਦੇਖ ਰਿਹਾ ਹਾਂ ਤੇਰਾ ਜਿਹੜਾ ਮਨੁੱਖਾ ਜਨਮ ਇਹ ਵਿਅਰਥ ਜਾ ਰਿਹਾ ਹੈ, ਅਜਾਈਂ ਹੀ ਖਤਮ ਹੁੰਦਾ ਜਾ ਰਿਹਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੱਕ ਸ਼ਬਦ ਦੇ ਵਿੱਚ ਭਗਤ ਰਵਿਦਾਸ ਸਾਹਿਬਾਨ ਜੀ ਸ਼ਬਦ ਆਉਂਦਾ ਹੈ ਸੋਠ ਰਾਗ ਦੀ ਭਗਤ ਬਾਣੀ ਵਿੱਚ, ਜਿਹਦੇ ਵਿੱਚ ਭਗਤ ਜੀ ਮਨੁੱਖਾ ਜਨ ਨੂੰ ਧੰਨ ਕਹਿ ਰਹੇ ਨੇ।
ਤੇ ਨਾਲ ਸਮਝਾ ਰਹੇ ਨੇ ਕਿਸ ਤਰ੍ਹਾਂ ਮਨੁੱਖ ਨੇ ਆਪਣਾ ਮਨੁੱਖਾ ਜਨਮ ਕਿਵੇਂ ਅਜਾਈਂ ਗਵਾ ਲਿਆ। ਭਗਤ ਜੀ ਦਾ ਪਾਵਨ ਸ਼ਬਦ ਕਿ ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੈ, ਰਾਜੇ ਇੰਦਰ ਸਮਸਰ ਗ੍ਰਹਿ ਆਸਣ, ਬਿਨ ਹਰ ਭਗਤ ਕਹੋ ਕਿ ਲੇਖੈ। ਕਹਿੰਦੇ ਜਿਹੜਾ ਇਹ ਮਨੁੱਖਾ ਜਨਮ ਮਿਲਿਆ ਬੜਾ ਕੀਮਤੀ, ਪਰ ਕਹਿੰਦੇ ਮੈਂ ਆਪਣੇ ਨੇਤਰਾਂ ਨਾਲ ਦੇਖ ਰਿਹਾ ਕਿ ਹੇ ਪ੍ਰਮਾਤਮਾ ਮੇਰਾ ਮਨੁੱਖਾ ਜਨਮ ਵਿਅਰਥ ਹੀ ਬਤੀਤ ਹੋ ਰਿਹਾ ਹੈ, ਬਿਰਥਾ ਜਾਤ ਅਵਿਵੇਕ ਹੈ। ਮੈਂ ਦੇਖ ਰਿਹਾ ਹਾਂ ਮਨੁੱਖਾ ਜਨਮ ਮੇਰਾ ਵਿਅਰਥ ਚਲਿਆ ਜਾ ਰਿਹਾ। ਰਾਜੇ ਇੰਦਰ ਸਮਸਰ ਗ੍ਰਹਿ ਆਸਣ, ਬਿਨ ਹਰ ਭਗਤ ਕਹੋ ਕਿ ਲੇਖੈ। ਕਿ ਜ਼ਿੰਦਗੀ ਦੇ ਮੈਨੂੰ ਇੰਨੇ ਸੁੱਖ ਮਿਲ ਜਾਣ, ਜਿਵੇਂ ਸਵਰਗ ਦੀ ਪੁਰੀ ਦਾ ਦੇਵਤਾ ਮੰਨਿਆ ਗਿਆ ਇੰਦਰ, ਜਿਹੜਾ ਜਿੰਨੇ ਵੀ ਦੇਵਤੇ ਇਹਨਾਂ ਦਾ ਰਾਜਾ ਮੰਨਿਆ ਗਿਆ ਹੈ। ਕਹਿੰਦੇ ਨੇ ਇਹਦੀ ਪੁਰੀ ਵਿੱਚ ਸਾਰੇ ਸੁੱਖ ਨੇ, ਪਰ ਸਤਿਗੁਰੂ ਭਗਤ ਜੀ ਕਹਿੰਦੇ ਨੇ ਕਹਿੰਦੇ ਹੇ ਪ੍ਰਮਾਤਮਾ ਰਾਜੇ ਇੰਦਰ ਗ੍ਰਹਿ ਸਮਸਰ ਆਸਣ, ਬਿਨ ਹਰ ਭਗਤ ਕੋ ਲੇਖ। ਐਨੇ ਸੁੱਖ ਮਿਲ ਜਾਣ ਮੈਨੂੰ। ਰਾਜੇ ਇੰਦਰ ਜੈਸੇ ਮਾਨੋ ਮੇਰੇ ਘਰ 'ਚ ਨੌਕਰ ਚਾਕਰ ਹੋਣ, ਮੈਂ ਇੱਕ ਹੁਕਮ ਕਰਦੇ ਹਾਂ ਅਤੇ ਸਾਰੇ ਮੇਰੇ ਬਚਨ ਨੂੰ ਸੱਤ ਕਰਕੇ ਮੰਨਣਾ ਕਰੇ। ਅਤੇ ਇਸ ਤਰ੍ਹਾਂ ਮੇਰੇ ਕੋਲ ਇੰਨੀ ਧਨ ਸੰਪਦਾ ਹੋਵੇ, ਸਾਰੀਆਂ ਸੁੱਖ ਸਹੂਲਤਾਂ ਹੋਣ, ਪਰ ਜੇ ਉਸ ਇੰਨੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਮੇਰੇ ਕੋਲ ਪਰਮਾਤਮਾ ਦਾ ਨਾਮ ਨਹੀਂ, ਮੈਂ ਵਾਹਿਗੁਰੂ ਦਾ ਸ਼ੁਕਰ ਨਹੀਂ ਕਰ ਰਿਹਾ ਹਾਂ। ਅਤੇ ਭਗਤ ਜੀ ਕਹਿੰਦੇ ਨੇ ਫਿਰ ਬਿਨ ਹਰ ਭਗਤ ਕਹੋ ਕਿ ਲੇਖੈ। ਕਹਿੰਦੇ ਪਰਮਾਤਮਾ ਦੀ ਭਗਤੀ ਤੋਂ ਬਿਨਾਂ, ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਉਹ ਕਹਿੰਦੇ ਕਿਸੇ ਲੇਖੇ ਵਿੱਚ ਨਹੀਂ ਲੱਗਣਾ। ਇੰਨੇ ਸੁੱਖ ਤੇਰੇ ਕਿਸੇ ਕੰਮ ਨਹੀਂ ਆਉਣੇ। ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵਿਵੇਕੈ, ਰਾਜੇ ਇੰਦਰ ਸਮਸਰ ਗ੍ਰਹਿ ਆਸਣ, ਬਿਨ ਹਰ ਭਗਤ ਕਹੋ ਕਿ ਲੇਖੈ। ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨਰਸ ਬਿਸਰ ਜਾਏ। ਕਹਿੰਦੇ ਹੇ ਜੀਵ, ਇਹ ਮਨੁੱਖਾ ਦੇਹੀ ਤੈਨੂੰ ਮਿਲੀ ਹੈ, ਤੂੰ ਆਪਣੀ ਰਸਨਾ ਨਾਲ ਅਨੇਕਾਂ ਪ੍ਰਕਾਰ ਦੇ ਰਸ ਕਾ ਚੱਖਦਾ ਰਿਹਾ। ਜੀਵ ਦੇ ਸਵਾਦ ਲਈ ਤੂੰ ਕਦੇ ਕਹਿੰਦਾ ਇਹ ਖੱਟ ਰੱਸਾ ਇਹ ਪਕਵਾਨ ਹੈ, ਇਹ ਸਲੂਣਾ ਹੈ, ਇਹ ਮਿੱਠਾ ਹੈ, ਇਹ ਫਿੱਕਾ ਹੈ। ਜੀਵ ਉੱਤੇ ਤੂੰ ਗਰਾਹੀ ਰੱਖ ਕੇ ਤੂੰ ਚੱਕ ਕੇ ਦੱਸਦਾ ਹੈ, ਅਨੇਕਾਂ ਪ੍ਰਕਾਰ ਦੇ ਰਸ ਕਾ ਸਮਾਨ ਰਿਹਾ ਹੈ। ਪਰ ਕਹਿੰਦੇ ਜਿਹੜਾ ਰਸ ਮਾਣਨਾ ਸੀ ਰਾਜਾ ਰਾਮ ਪਰਮੇਸ਼ਰ ਵਾਹਿਗੁਰੂ ਜੋ ਰਾਜਾ ਸਰੂਪ ਹੈ, ਕਹਿੰਦੇ ਉਸ ਰਾਮ ਦੇ ਨਾਮ ਦਾ ਰਸ ਮਾਣਨਾ ਨਹੀਂ ਕੀਤਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਆਪਣਾ ਜਨਮ ਅਜਾਈਂ ਗਵਾ ਲਿਆ। ਕਹਿੰਦੇ ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜਿਹ ਰਸ ਅਨਰਸ ਬਿਸਰ ਜਾਈ। ਜਦੋਂ ਇਹ ਨਾਮ ਦਾ ਰਸ ਪ੍ਰਾਪਤ ਹੋ ਗਿਆ, ਜਿਹੜੇ ਹੋਰ ਰਸ ਨੇ ਸਾਰੇ ਉਹ ਬਿਸਰ ਜਾਣੇ ਨੇ, ਭਾਵ ਉਹ ਫਿੱਕੇ ਲੱਗਣੇ ਨੇ, ਜਿਨ੍ਹਾਂ ਨੂੰ ਨਾਮ ਦੇ ਰਸ ਦੀ ਪ੍ਰਾਪਤੀ ਹੋ ਗਈ। ਸੋ ਗੁਰੂ ਸਵਾਰੇ ਇਸ ਪ੍ਰਕਾਰ ਇਹ ਮਨੁੱਖਾ ਜਨਮ ਵਾਰ-ਵਾਰ ਪ੍ਰਾਪਤ ਹੋਣ ਵਾਲਾ ਨਹੀਂ ਹੈ। ਅਤੇ ਸਤਿਗੁਰੂ ਕਹਿੰਦੇ ਕਿਵੇਂ ਮਿਲਿਆ? ਕਹਿੰਦੇ 84 ਲੱਖ ਜੂਨਾਂ ਵਿੱਚ ਭਟਕਦਿਆਂ ਹੋਇਆਂ। ਇਹ ਨਹੀਂ ਕਿ ਹਰ ਵਾਰ ਮਨੁੱਖਾ ਜਨਮ ਮਨੁੱਖ ਹੀ ਬਣ ਗਏ। ਫਿਰ ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਜ਼ਮੀਨ ਕਰੰਗਾ ਇਤਿਆਦਿਕ ਇਹ ਟੇਢੀਆਂ ਮੇਢੀਆਂ ਜੂਨਾਂ ਵਿੱਚ ਭਟਕਦਾ ਰਿਹਾ। ਫਿਰ ਇਹ ਮਨੁੱਖਾ ਦੇਹੀ ਮਿਲੀ ਹੈ। ਇਸ ਦੇਹੀ ਦੇ ਵਿੱਚ ਉਸ ਮਾਲਕ ਨੂੰ ਸ਼ੁਕਰ ਨਹੀਂ ਕੀਤਾ, ਆਪਾਂ ਨਾ ਸ਼ੁਕਰੇ ਬਣ ਗਏ, ਜਿਸ ਕਰਕੇ ਸਾਡੀ ਹਾਲਤ ਇਹੋ ਜਿਹੀ ਹੋ ਗਈ ਹੈ। ਅਤੇ ਇਹ ਅਵਸਰ ਸਾਡੇ ਹੱਥੋਂ ਲੰਘਦਾ ਜਾ ਰਿਹਾ ਹੈ। ਇਹ ਸਮਾਂ ਜਿਹੜਾ ਸਾਨੂੰ ਮਿਲਿਆ ਇਹ ਦੁਬਾਰਾ ਨਹੀਂ ਮਿਲਣਾ। ਜਿਵੇਂ ਸਤਿਗੁਰੂ ਜੀ ਦਾ ਫਰਮਾਨ ਹੈ ਕਿ ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਘਟ ਭੀਤਰ ਤੂੰ ਦੇਖ ਵਿਚਾਰ। ਆਪਣੇ ਕਹਿੰਦੇ ਘਟ ਹਿਰਦੇ 'ਚ ਤੂੰ ਵਿਚਾਰ ਕੇ ਦੇਖਣਾ ਕਰ। ਅੱਜ ਤੈਨੂੰ ਦੇਹੀ ਮਿਲੀ, ਕੱਲ੍ਹ ਨੂੰ ਤੈਨੂੰ ਪਤਾ ਨਹੀਂ ਕਦੋਂ ਇਸ ਦੇਹੀ ਦੀ ਸਮਾਪਤੀ ਹੋ ਜਾਣੀ ਹੈ। ਇਹ ਮਿਲੀ ਕਾਹਦੇ ਲਈ ਹੈ ਫਿਰ? ਅਤੇ ਸਤਿਗੁਰੂ ਕਹਿੰਦੇ ਨੇ
ਭਈ ਪ੍ਰਾਪਤ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਬਰ ਕਾਜ ਤੇਰਾ ਕਿਤੈ ਨ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਸਤ ਸੰਗਤ ਕਰਨ ਦੇ ਲਈ, ਉਸ ਵਾਹਿਗੁਰੂ ਦੀ ਵਡਿਆਈ ਕਰਨ ਦੇ ਲਈ, ਵਾਹਿਗੁਰੂ ਦੇ ਗੁਣਾਂ ਦਾ ਗੈਣ ਕਰਨ ਦੇ ਲਈ ਤੈਨੂੰ ਕਹਿੰਦੇ ਇਹ ਦੇਹੀ ਮਿਲੀ ਹੈ। ਇਸ ਦੇਹੀ ਨੂੰ ਐਵੇਂ ਅਜਾਈ ਨਾ ਗਾਣਾ ਕਰ। ਇਸੇ ਪ੍ਰਕਾਰ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਚਨ ਨੇ। ਉਹਨਾਂ ਨੇ ਸਾਡੇ ਸਰੀਰ ਦੇ ਇੱਕ ਇੱਕ ਅੰਗ ਦੀ ਸਿਫਤ ਕੀਤੀ ਤੇ ਨਾਲ ਆਖਿਆ ਕਿ ਇਹ ਜੀਵ ਤੇਰਾ ਇੱਕ ਸਰੀਰ ਦਾ ਇੱਕ ਇੱਕ ਅੰਗ ਬੜਾ ਕੀਮਤੀ ਹੈ। ਇਹ ਤੈਨੂੰ ਬਾਰ-ਬਾਰ ਮਿਲਣ ਵਾਲਾ ਨਹੀਂ ਹੈ। ਇਹਨਾਂ ਨੂੰ ਸਫਲੇ ਕਰਨਾ ਕਰ। ਸਫਲੇ ਕਿਵੇਂ ਕਰਨਾ ਹੈ? ਕਹਿੰਦੇ ਗੁਰੂ ਦੀ ਸੇਵਾ ਕਰਕੇ। ਗੁਰੂ ਦੀ ਸੇਵਾ ਕਰਕੇ ਇਹਨਾਂ ਅੰਗਾਂ ਨੂੰ ਗੁਰੂ ਪਾਤਸ਼ਾਹ ਦੇ ਨਾਲ ਜੋੜਨਾ ਕਰ। ਤੇ ਭਾਈ ਗੁਰਦਾਸ ਜੀ ਦਾ ਫਰਮਾਨ ਕਹਿੰਦੇ ਨੇ, ਚਿਰੰਕਾਲ ਮਾਨਸ ਜਨਮ ਅਮੋਲ ਪਾਏ। ਸਫਲ ਜਨਮ ਗੁਰ ਚਰਨ ਸ਼ਰਨ ਕੈ। ਕਹਿੰਦਾ ਬੜਾ ਅਮੋਲ ਕੀਮਤੀ ਜਨਮ ਹੈ, ਬੜੇ ਚਿਰਾਂ ਤੋਂ ਪ੍ਰਾਪਤ ਹੋਇਆ। ਇਸ ਤਰ੍ਹਾਂ ਤੂੰ ਭਟਕਣਾ ਵਿੱਚ ਸੀ, ਤੈਨੂੰ ਇਹ ਦੇਹੀ ਮਿਲ ਗਈ, ਮਨੁੱਖਾ ਦੇਹੀ। ਇਸ ਦੇਹੀ ਨੂੰ ਸਫਲਾ ਕਰ। ਕਿਵੇਂ ਕਰਨਾ ਹੈ? ਸਫਲ ਜਨਮ ਗੁਰ ਚਰਨ ਸ਼ਰਨ ਕੈ। ਗੁਰੂ ਪਾਤਸ਼ਾਹ ਦੀ ਚਰਨ ਵਿੱਚ ਜਾ ਕੇ। ਫਿਰ ਕਹਿੰਦੇ ਅੱਗੇ ਬਚਨ ਕਰਦੇ ਨੇ, ਚਿਰੰਕਾਲ ਮਾਨਸ ਜਨਮ ਅਮੋਲ ਪਾਏ। ਸਫਲ ਜਨਮ ਗੁਰ ਚਰਨ ਸ਼ਰਨ ਕੈ। ਨਾਸਨਾ ਅਮੋਲ ਚਰਨਾਰ ਬਿੰਦ ਵਾਸਨਾ ਕੈ। ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਕਹਿੰਦੇ ਨਾਸਕਾ ਦਾ ਨੱਕ ਅਰਥ ਹੈ ਨੱਕ। ਨੱਕ ਰਾਹੀਂ ਆਪਾਂ ਸੁਗੰਧੀ ਲੈਂਦੇ ਹਾਂ। ਤੇ ਭਾਈ ਗੁਰਦਾਸ ਜੀ ਕਹਿੰਦੇ ਤੇਰਾ ਨੱਕ ਬੜਾ ਕੀਮਤੀ ਹੈ, ਬੜਾ ਅਮੋਲਕ ਹੈ। ਇਹ ਨੱਕ ਤੂੰ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਰਗੜਨਾ ਕਰ। ਗੁਰੂ ਪਾਤਸ਼ਾਹ ਦੇ ਸੁੰਦਰ ਜਿਹੜੇ ਕਮਲਾਂ ਵਰਗੇ ਚਰਨ ਨੇ ਨਾ, ਉਹਨਾਂ ਦੀ ਤੂੰ ਵਾਸ਼ਨਾ ਲੈਣਾ ਕਰ। ਤੇ ਰਸਨਾ ਦੇ ਰਾਜ ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਰਸਨਾ ਦੇ ਨਾਲ ਤੂੰ ਗੁਰੂ ਦੇ ਮੰਤਰ ਦਾ ਸਿਮਰਨ ਕਰਨਾ ਕਰ। ਵਾਹਿਗੁਰੂ ਵਾਹਿਗੁਰੂ ਜਪਣਾ ਕਰ। ਮੂਲ ਮੰਤਰ ਦਾ ਜਾਪ ਕਰ। ਬਾਣੀ ਪੜ੍ਹਨਾ ਕਰ। ਤੇ ਜਿਉਂ ਜਿੰਨੀ ਤੂੰ ਬਾਣੀ ਪੜ੍ਹਦਾ ਜਾਵੇਗਾ, ਜਿੰਨਾ ਤੂੰ ਸਿਮਰਨ ਕਰੇ, ਤੇਰੇ ਲਈ ਉਹ ਲਾਹਾ ਹੈ। ਇੰਜ ਆਪਣੀ ਰਸਨਾ ਨੂੰ ਸਿਮਰਨ ਕਰ। ਰਸਨਾ ਨਾਲ ਉਸ ਮਾਲਕ ਦਾ ਸਿਮਰਨ ਕਰ। ਜੇ ਸਿਮਰਨ ਕਰਨ ਲੱਗ ਪਿਆ ਤਾਂ ਰਸਨਾ ਤੇਰੀ ਬੜੀ ਅਮੋਲਕ ਹੈ। ਅੱਗੇ ਬਚਨ ਕਰਦੇ ਹਨ, ਕਹਿੰਦੇ ਨੇ, ਨਾਸਕਾ ਅਮੋਲ ਚਰਨਾਰ ਬਿੰਦ ਬਾਸਨਾ ਕੈ। ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਹਸਤ ਅਮੋਲ ਗੁਰਦੇਵ ਸੇਵਕੈ ਸਫਲ। ਚਰਨ ਅਮੋਲ ਪ੍ਰਦਰਸ਼ਨਾ ਕਰਨ ਕੈ। ਸਾਨੂੰ ਮਾਲਕ ਨੇ ਹੱਥ ਦੇਣਾ ਕੀਤੇ ਨੇ। ਹੱਥਾਂ ਦੇ ਨਾਲ ਆਪਾਂ ਆਪਣੀ ਸਾਰੀ ਕਿਰਿਆ ਸੋਧਦੇ ਹਾਂ। ਇਹਨਾਂ ਹੱਥਾਂ ਦੇ ਰਾਹੀਂ ਆਪਾਂ ਦਸਾਂ ਨੋਹਾਂ ਦੀ ਕਿਰਤ ਕਰਦੇ ਹਾਂ, ਜਿੰਨੀ ਵੀ ਆਹਰ ਕਰਦੇ ਹਾਂ। ਪਰ ਜੇ ਆਪਾਂ ਸੋਚ ਕੇ ਦੇਖੀ, ਜੇ ਸਾਡੇ ਹੱਥ ਨਾ ਹੋਵੇ ਤਾਂ ਸਾਡੇ ਜੀਵਨ ਕਿਹੋ ਜਿਹਾ ਹੋਵੇਗਾ। ਸਾਡੇ ਹੱਥ ਸਹੀ ਸਲਾਮਤ ਨੇ, ਜਿਸ ਕਰਕੇ ਆਪਾਂ ਜਿਹੜੇ ਆਪਣੇ ਕੰਮ ਧੰਦੇ ਸੌਖੀਆਂ ਕਰ ਲੈਂਦੇ। ਉਹਨਾਂ ਨੂੰ ਪੁੱਛ ਕੇ ਦੇਖੋ, ਕਈ ਬੱਚੇ ਇਹੋ ਜਿਹੇ ਪੈਦਾ ਹੁੰਦੇ ਨੇ ਜਿਨ੍ਹਾਂ ਜਮਾਂਦਰੂ ਗੁਰੂ ਸਵਾਰਿਓ ਹੱਥ ਨਹੀਂ ਚੱਲਦੇ ਨੇ, ਜਾਂ ਹੱਥ ਹੁੰਦੇ ਨਹੀਂ, ਚੱਲਦੇ ਨਹੀਂ, ਹੱਥ ਪਰ ਕੰਮ ਨਹੀਂ ਕਰਦੇ। ਉਹਨਾਂ ਦੀ ਕਿੰਨੀ ਤਰਸਯੋਗ ਹਾਲਤ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਹੱਥ ਐਵੇਂ ਨਹੀਂ ਦਿੱਤੇ ਕਿ ਹੱਥਾਂ ਨਾਲ ਤਾਂ ਆਪਣਾ ਕੰਮ ਧੰਦਾ ਕੀਤਾ। ਇਹ ਹੱਥ ਕਹਿੰਦੇ ਜਿੱਥੇ ਆਪਣੇ ਤਾਂ ਕੰਮ ਧੰਦੇ ਕਰਨੇ ਨੇ, ਉੱਥੇ ਹੀ ਨਾ ਹੱਥਾਂ ਦੇ ਨਾਲ ਤਾਂ ਗੁਰੂ ਦੇ ਦਰ 'ਤੇ ਹੈ, ਗੁਰੂ ਪਾਤਸ਼ਾਹ ਦੀ ਟਹਿਲ ਸੇਵਾ ਵੀ ਕਰਨੀ ਹੈ। ਕੁਝ ਸਮਾਂ ਸੇਵਾ ਵਿੱਚ ਵੀ ਤਾਂ ਹਿੱਸਾ ਪਾਉਣਾ ਹੈ। ਹਿੱਸਾ ਪਾਉਣ ਤੋਂ ਇਹ ਨਹੀਂ ਭਾਵ ਕਿ ਆਪਣੀ ਮਾਇਆ 'ਚ ਦਸਬੰਧ ਕਰਨਾ। ਆਪਣੇ ਹੱਥਾਂ ਨਾਲ ਸੇਵਾ ਕਰਨੀ, ਝਾੜੂ ਲਾਉਣਾ, ਪੋਚਾ ਲਾਉਣਾ, ਜਾਂ ਹੋਰ ਗੁਰੂ ਘਰ ਦੀਆਂ ਸੇਵਾਵਾਂ ਨੇ, ਉਹਨਾਂ ਸੇਵਾ ਵਿੱਚ ਹਿੱਸਾ ਪਾਉਣਾ, ਆਪਣੇ ਹੱਥੀਂ ਸੇਵਾ ਕਰਨੀ। ਉਹਨੂੰ ਕਹਿੰਦੇ ਨੇ ਵੀ ਇਸ ਤਰ੍ਹਾਂ ਤੇਰੇ ਹੱਥ ਫਿਰ ਸਫਲੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਚਰਨ ਅਮੋਲ ਪ੍ਰਦਰਸ਼ਨਾ ਕਰਨ ਕੈ।
ਆਪਣੇ ਚਰਨਾਂ ਦੇ ਨਾਲ ਕਹਿੰਦੇ ਤੂੰ ਗੁਰੂ ਦੀ ਪ੍ਰਦਰਸ਼ਨਾ ਕਰ। ਤੇਰੇ ਚਰਨ ਵੀ ਬੜੇ, ਪੈਰ ਵੀ ਤੇਰੇ ਅਮੋਲ ਨੇ, ਭਾਵ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆਉਣਾ ਕਰ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਆਪਣੇ ਪੈਰਾਂ ਨਾਲ ਤੁਰ ਕੇ, ਆਪਣੇ ਘਰੋਂ ਤੁਰ ਕੇ ਆ, ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਆ, ਗੁਰੂ ਦਾ ਜਸ ਕਰ, ਗੁਰੂ ਦੇ ਦੀਦਾਰ ਕਰ, ਗੁਰੂ ਕੀ ਪਰਿਕਰਮਾ ਕਰ। ਕਹਿੰਦੇ ਫਿਰ ਤੇਰੇ ਇਹ ਸਰੀਰ ਦਾ ਇੱਕ ਇੱਕ ਅੰਗ ਜਿਹੜਾ ਸਫਲਾ ਹੈ। ਤੇ ਇਸ ਤਰ੍ਹਾਂ ਗੁਰੂ ਸਵਾਰਿਓ, ਇਹ ਮਨੁੱਖਾ ਦੇਹੀ ਵਾਰ-ਵਾਰ ਮਿਲਣ ਵਾਲੀ ਨਹੀਂ ਹੈ। ਮਲੱਖ 84 ਭਰਮ ਤੇ ਇਹ ਮੂਰਖ ਜੀਵ, ਕਹਿੰਦੇ ਨੇ ਲੱਖ 84 ਜੂਨਾਂ ਵਿੱਚ ਭਟਕਦੇ ਆ ਦੁਲੱਭ ਜਨਮ ਅਬ ਪਾਇਓ। ਇਹ ਹੁਣ ਬੜਾ ਕੀਮਤੀ ਜਨਮ ਪਾ ਲਿਆ। ਰੇ ਮੂੜੇ ਤੂੰ ਹੋਸ਼ੈ ਰਸ ਲਪਟਾਇਓ। ਹੇ ਮੂਰਖ, ਤੂੰ ਹੋਸ਼ੇ ਰਸ ਵਿੱਚ ਲੱਗ ਕੇ ਇਸ ਤਰ੍ਹਾਂ ਲਪਟ ਗਿਆ, ਤੈਨੂੰ ਆਪਣੇ ਆਪ ਦੀ ਪਹਿਚਾਣ ਨਹੀਂ ਹੈ ਕਿ ਮੈਂ ਕਾਹਦੇ ਲਈ ਸੰਸਾਰ ਵਿੱਚ ਆਇਆ, ਮੈਂ ਕਰਨਾ ਕੀ, ਕਰ ਕੀ ਰਿਹਾ ਹਾਂ। 84 ਲੱਖ ਜੂਨਾਂ ਵਿੱਚ ਜੀਵ ਵਾਰ-ਵਾਰ ਚੱਕਰ ਕੱਟ ਰਿਹਾ ਹੈ। ਕਿਵੇਂ ਜੀਵ ਦਾ ਵਾਰ-ਵਾਰ ਜੰਮਣ ਮਰਨ ਵਿੱਚ ਕਿਵੇਂ ਜਾਂਦਾ ਹੈ। ਮਹਾਂਪੁਰਖ ਇੱਕ ਸਾਖੀ ਸੁਣਾਉਂਦੇ ਹੁੰਦੇ ਸੀ। ਕਹਿੰਦੇ ਨੇ ਇੱਕ ਮਨੁੱਖ ਜਿਹੜਾ ਸਿਰੋਂ ਗੰਜਾ ਵੀ ਹੈ, ਇੱਕ ਹੱਥ ਤੋਂ ਉਹ ਟੁੰਡਾ ਹੈ, ਨੇਤਰਾਂ ਤੋਂ ਦਿਖਾਈ ਨਹੀਂ ਦੇ ਰਿਹਾ, ਤੇ ਕੰਨਾਂ ਤੋਂ ਗੁਰੂ ਸਵਾਰੇ ਉਸ ਮਨੁੱਖ ਨੂੰ ਕੁਝ ਸੁਣਦਾ ਨਹੀਂ ਹੈ। ਇੱਕ ਕਿਲਾ, ਜਿਸ ਕਿਲੇ ਦੇ 84 ਦਰਵਾਜ਼ੇ ਹਨ, ਉਹ ਮਨੁੱਖ ਉਸ ਕਿਲੇ ਦੇ ਅੰਦਰ ਪ੍ਰਵੇਸ਼ ਹੋ ਗਿਆ। ਹੁਣ 84 ਦਰਵਾਜ਼ੇ ਨੇ, ਇੱਕ ਦਰਵਾਜ਼ਾ ਖੁੱਲ੍ਹਾ, ਬਾਕੀ ਸਾਰੇ ਦਰਵਾਜ਼ੇ ਬੰਦ ਨੇ। ਜਦੋਂ ਹੁਣ ਉਸ ਕਾਲ ਕੋਠੜੀ ਵਿੱਚ ਉਹ ਪ੍ਰਵੇਸ਼ ਹੋਇਆ, ਦਿਖਾਈ ਦਿੰਦਾ ਨਹੀਂ ਹੈ, ਕੰਨਾਂ ਤੋਂ ਸੁਣਦਾ ਨਹੀਂ ਹੈ, ਘੁੱਪ ਹਨੇਰਾ ਹੈ, ਉੱਚੀ ਉੱਚੀ ਬਾਂਗ ਦਿੰਦਾ, ਉੱਚੀ ਉੱਚੀ ਆਵਾਜ਼ ਦਿੰਦਾ ਏ, ਤੇ ਆਖਦਾ ਹੈ ਕੋਈ ਮੈਨੂੰ ਇੱਥੋਂ ਬਾਹਰ ਕੱਢਣਾ ਕਰੋ, ਮੈਨੂੰ ਬਾਹਰ ਕੱਢੋ। ਤੇ ਗੁਰੂ ਸਰ ਕੋਈ ਸੁਣਾਈ ਨਹੀਂ, ਕੋਈ ਸੁਣਦਾ ਨਹੀਂ ਹੈ। ਜਦੋਂ ਉੱਚੀ ਉੱਚੀ ਬੋਲਿਆ, ਕਿਸੇ ਨੇ ਆਖਿਆ, ਕਹਿਣ ਲੱਗੇ ਕਿ ਭਾਈ ਇਸ ਕਿਲੇ ਦੇ 84 ਦਰਵਾਜ਼ੇ ਨੇ, ਇੱਕ ਦਰਵਾਜ਼ਾ ਖੁੱਲ੍ਹਾ, ਉਸ ਦਰਵਾਜ਼ੇ ਰਾਹੀਂ ਤੂੰ ਬਾਹਰ ਆਉਣਾ ਕਰ। ਇਹਨੂੰ ਸੁਣਾਈ ਨਹੀਂ ਦਿੱਤਾ। ਕਹਿੰਦੇ ਫਿਰ ਉੱਚੀ ਆਵਾਜ਼ ਵਿੱਚ ਕੋਲ ਆ ਕੇ ਉਹ ਬੋਲਿਆ ਕਿ ਨਿਕਲਣ ਦਾ ਇੱਕੋ ਤਰੀਕਾ ਹੈ, ਤੂੰ ਇਸ ਦਰਵਾਜ਼ੇ ਦੇ ਨਾਲ ਹੱਥ ਲਾ, ਇੱਕ ਹੱਥ ਲਾਉਂਦਿਆਂ ਹੋਇਆ ਬਾਹਰ ਆਉਣਾ ਕਰ, ਕੰਧ ਨਾਲ ਹੱਥ ਲਾ, ਜਦੋਂ ਉਹ ਦਰਵਾਜ਼ਾ ਆਵੇ ਉਸ ਦਰਵਾਜ਼ੇ ਰਾਹੀਂ ਬਾਹਰ ਆ ਜਾਵੇਂ। ਹੁਣ ਇਹ ਜਦੋਂ ਉੱਚੀ ਬੋਲਿਆ ਤੇ ਇਹਨੂੰ ਸੁਣਾਈ ਦਿੱਤਾ, ਕੁਝ ਕੁ ਸੁਣਾਈ ਦਿੱਤਾ, ਤੇ ਗੁਰੂ ਸਵਾਰੇ ਫਿਰ ਇਹਨੇ ਇਸੇ ਤਰ੍ਹਾਂ ਕੀਤਾ। ਕਹਿੰਦੇ ਨੇ ਉਸ ਕਿਲੇ ਦੀ ਕੰਧ ਨਾਲ ਇਹ ਹੱਥ ਲਾਉਂਦਾ ਹੋਇਆ ਅੱਗੇ ਵੱਧ ਰਿਹਾ। ਇਸ ਤਰ੍ਹਾਂ ਨਾਲ ਗਿਣਤੀ ਕਰ ਰਿਹਾ ਕਿ 1 2 3 84 ਦਰਵਾਜ਼ਿਆਂ ਦੀ ਗਿਣਤੀ ਕਰ ਰਿਹਾ ਕਿ ਜਦੋਂ 84 ਦਰਵਾਜ਼ੇ ਹੋ ਜਾਣਗੇ, 84ਵਾਂ ਦਰਵਾਜ਼ਾ ਖੁੱਲ੍ਹਾ ਹੋਵੇਗਾ, ਉਹਦੇ ਰਾਹੀਂ ਮੈਂ ਬਾਹਰ ਚਲਿਆ ਜਾਵਾਂਗਾ। ਤੇ ਹੋਇਆ ਕਿ ਜਦੋਂ ਇਹ ਉਸ ਦਰਵਾਜ਼ੇ ਨਾਲ ਕੰਧ ਨਾਲ ਹੱਥ ਲਾਉਂਦਾ ਹੋਇਆ ਅੱਗੇ ਵੱਧ ਰਿਹਾ, ਕਹਿੰਦੇ ਨੇ ਇਹਦੇ ਇੱਕ ਹੱਥ ਦਾ ਜਿਹੜਾ ਸੀ ਟੁੰਡਾ ਸੀ, ਇੱਕ ਹੱਥ ਕੰਮ ਕਰਦਾ ਸੀ, ਤੇ ਰਸਤੇ ਦੇ ਵਿੱਚ ਕਹਿੰਦੇ ਇਹਦੇ ਸਿਰ ਵਿੱਚ ਖਾਰਸ਼ ਹੋਈ ਹੈ। ਇਹਨੇ ਉਸ ਦਰਵਾਜ਼ੇ ਤੋਂ, ਕੰਧ ਤੋਂ ਹੱਥ ਚੁੱਕ ਕੇ ਆਪਣੇ ਸਿਰ ਉੱਤੇ ਇਹ ਖਾਰਸ਼ ਕਰਨ ਲੱਗ ਪਿਆ, ਤੇ ਨਾਲ ਅੱਗੇ ਤੁਰਦਾ ਗਿਆ। ਐਨੇ ਚਿਰ ਜਿਹੜਾ 84ਵਾਂ ਦਰਵਾਜ਼ਾ ਸੀ ਉਹ ਦਰਵਾਜ਼ਾ ਲੰਘ ਗਿਆ। 84ਵਾਂ ਦਰਵਾਜ਼ਾ ਲੰਘ ਗਿਆ, ਫਿਰ ਉਸੇ ਤਰ੍ਹਾਂ ਚੱਕਰ ਦੁਆਰਾ ਫਿਰ ਗਿਣਤੀ ਕਰ ਰਿਹਾ, ਤੇ ਸੋਚਦਾ, ਕਹਿਣ ਲੱਗਿਆ ਕਿ ਮੈਨੂੰ ਤੁਸੀਂ ਝੂਠ ਬੋਲਿਆ, ਤੁਸੀਂ ਆਖਿਆ 84 ਦੀ ਗਿਣਤੀ ਕਰੋ, ਪਰ ਇੱਥੇ ਤਾਂ 84 ਤੋਂ ਗਿਣਤੀ ਮੈਂ ਕੀ 84 ਤੋਂ ਵੀ ਵੱਧ ਹੋ ਗਈ, ਮੈਨੂੰ ਤਾਂ ਖੁੱਲ੍ਹਾ ਦਰਵਾਜ਼ਾ ਜਾਪਿਆ ਨਹੀਂ।
किसी दाने सियाणे ने फिर कोल आके आखना कीता, कहन लग्या जदों तेरी बाहर आउण दी बारी सी ते उदों तू अपने सिर नूं खुरकण लग पिया ते इस तरह फिर तू फिर वो खुले दरवाजे कोलों फिर कोलों दी लंघ गया, वो गिणती नहीं कर सकिया, जिस करके तू अंदर रह गया। इस तरह जिहड़ा मनुख है, जीव है, ये 84 लाख जूनां विच भटकदा, क्योंकि इस मनुख कोल, जीव कोल अपने कन्नां नाल कदे ये साहिबां दी बाणी नहीं सुणदा। इन्हां नूं साहिबां दी बाणी, गुरु की कथा कहानियाँ, गुरु का कीर्तन इन्हां नूं चंगी नहीं लगती है, जिस करके एक कन्नों बोला है, जीव कन्नों बोला है। तो गुरु सारे सिर तो गंजा किवें है, क्योंकि जिमें आम तौर पर मनुख दे कोल कई मनुख ऐसे बहुत दा साडी हालत इहो जी है, असी गुरु दे शब्द की विचार नहीं करते, सानू चंगे माड़े दी विचार नहीं करते। जदों आपां गुरु सारे गलती सातों हो जाती, बाद विच आपां पछताउंदे कि सातों ये काम गलत हो गया, जिस करके अपनी ये बुद्धि राही ये मनुख काम नहीं कर रहा है। जिस सियाणप दे राही, इस अकल दे राही परमात्मा नूं सेवना सी, गुरु गुरु जपना सी, वो कारज नहीं कीता। संसार दे सारे काम कर ले पर असली काम कीता ही नहीं, जिस करके फिर एक सिरों गंजा भी है। ते टुंडा किवें है? टुंडा इस करके है क्योंकि हथ दिते ने परमात्मा ने, ते हत्थां दे नाल गुरु सवारे सेवा करनी सी, गुरु दे दर ते आके टहर सेवा करनी सी, पर गुरु सवारे हत्थां नाल सेवा नहीं कर सकते, इस करके हत्थों टुंडा भी है। ते ऐसा माया दा जंजाल पिया कि माया दा जंजाल पैण करके कि जीव जिमें वो मनुख 84 वाले किले विच वो अंदर भटक रहा, इस तरह मनुख गुरु जीव जिहड़ा है ये बार बार जमदा ते बार बार मरदा। कदे ये पशु बन गया, कदे पंछी बन गया, कदे कीड़ा मकोड़ा बन गया, कदे कुछ बन गया, कदे कुछ बन गया। इस तरह टेढ़ियां मेढ़ियां जूनां विच ये भटकदा रहा है। कोई चंगा कर्म जागिया, चंगे कर्म दे राही ये जड़ी गुरु साहब मनुखा देही द्वारा प्राप्त होगी, मनुखा देही मिली है। हुण इस मनुखा देही दे विच जे तां असीं परमात्मा दा शुक्र करन लग पे, उस वाहिगुरू नूं चेते करन लग पे, फिर तां साडा मनुखा जन्म सफला है। जे आपां एवें ही कौडियां दे भाअ असीं अपना मनुखा जन्म अजाई गवा दिता, फिर गुरु सवारियो असीं दुआरा फिर 84 दे भ्रमण विच पवांगे ते निकलना बड़ा औखा होवेगा। ते सतगुरु इत्थे बचन करदे ने, कहंदे भाई 184 भ्रम ते 84 लाख जूनां विच भटकदे आ, दुलभ जन्म अब पायो। हे मूर्ख, हुण ये दुलभ जन्म, कीमती जन्म तै मनुखा जन्म प्राप्त, जिहड़ा बड़ा बेशुमार कीमती है, वो मनुखा जन्म प्राप्त कर लिया। पर रे मूढ़े तू होछिया रस लपटायो। हे मूर्ख, होछे रच विच कोझे रशां दे विच तू लग के इस तरह लपाएमन हो गया, तैनूं ये नहीं पता लग्या कि जिहड़े रसां विच तू लग्या ये रस तेरे काम नहीं आने। रस तां तेरे वो परमात्मा दे नाम दा रस ही काम आना है। जिवें आपां रोज़ाना सतगुर दे बचन पढ़दे हां कि ये रसना तू अनरस राच रही, तेरी प्यास न जाए, प्यास न जाए होरत कितै, जिचर हर रस पल्लै न पाए। कहते जद तक नाम रूपी रस नूं तू अपने पल्ले विच नहीं पाउंदी, ए रसना उद तक तेरी प्यास नहीं जानी है। जद तक नाम दा रस नहीं चखिया उद तक पदार्थां दी भुख नहीं जानी है। इस तरह ये जीव होशे रस विच कहते लपटिया होया है, ਇਹਦੀ हालत किहो जी है। तो पातशाह अगली पंक्ति च बख्शिश करते हैं, अमृत संग बस्त है बिखिया स्यों उर जायो। अमृत
ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲਾ। ਉਹ ਕੀ ਹੈ? ਪਰਮਾਤਮਾ ਦਾ ਨਾਮ। ਪਰਮਾਤਮਾ ਦਾ ਨਾਮ ਕਿੱਥੇ ਹੈ? ਜਿੱਥੇ ਜੀਵ ਦਾ ਵਾਸਾ ਉੱਥੇ ਹੀ ਪਰਮਾਤਮਾ ਦਾ ਨਾਮ ਦਾ ਵਾਸਾ ਹੈ। ਪਰ ਗੱਲ ਕੀ ਹੈ ਕਿ ਜੀਵ ਨੂੰ ਨਾਮ ਦਿਖਾਈ ਨਹੀਂ ਦੇ ਰਿਹਾ, ਪ੍ਰਗਟ ਨਹੀਂ ਕੀਤਾ ਜਾ ਰਿਹਾ। ਕਿਉਂਕਿ ਗੁਰਬਾਣੀ ਕਹਿੰਦੀ ਹੈ, ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਮਨ ਮੁੱਖਾਂ ਜੀਵ ਨੂੰ ਸਵਾਦ ਨਹੀਂ ਆਇਆ। ਨਾਮ ਅੰਮ੍ਰਿਤ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਹੀ ਹੈ। ਸਾਡੀ ਹਾਲਤ ਉਸ ਮਿਰਗ ਜੈਸੀ, ਜਿਵੇਂ ਕਸਤੂਰੀ ਜਿਹੜੀ ਹੈ ਮਿਰਗ ਦੀ ਨਾਭੀ ਵਿੱਚ ਹੁੰਦੀ ਹੈ, ਉਹਨੂੰ ਭਾਲਣ ਲਈ ਇੱਧਰ ਉੱਧਰ ਉਹ ਮਿਰਗ ਇੱਧਰ ਤੋਂ ਦੌੜਦਾ ਭੱਜਦਾ ਹੈ। ਅਤੇ ਜਦੋਂ ਥੱਕ ਕੇ ਹਾਰ ਕੇ ਬੈਠਦਾ ਅਤੇ ਗੁਰੂ ਸਿਰ ਧੋਣ ਮੋੜਦਾ, ਧੁਨੀ ਤੱਕ ਧੋਣ ਲੱਗਦੀ ਹੈ, ਉਦੋਂ ਪਤਾ ਲੱਗਦਾ ਕਿ ਇਹ ਜਿਹੜੀ ਨਾਭੀ ਹੈ, ਇਹ ਤਾਂ ਜਿਹੜੀ ਕਸਤੂਰੀ ਹੈ ਮੇਰੀ ਨਾਭੀ ਦੇ ਵਿੱਚ ਹੈ। ਅਤੇ ਨਾਮ ਅੰਮ੍ਰਿਤ ਪਰਮੇਸ਼ਰ ਵਾਹਿਗੁਰੂ ਜਿਹਨੂੰ ਆਪਾਂ ਬਾਹਰ ਲੱਭਦੇ ਫਿਰਦੇ ਹਾਂ, ਉਹ ਅਸਲ ਵਿੱਚ ਉਹ ਸਾਡੇ ਅੰਦਰ ਹੀ ਹੈ। ਹਰ ਇੱਕ ਜੀਵ ਦੇ ਅੰਦਰ ਬੈਠਾ ਹੋਇਆ, ਪਰ ਸਾਡੇ ਕੋਲ ਉਹ ਦੇਖਣ ਵਾਲੀ ਅੱਖ ਨਹੀਂ ਹੈ। ਜਿਸ ਨੇ ਦੇਖਿਆ ਅਤੇ ਉਹਨਾਂ ਨੇ ਆਖ ਦਿੱਤਾ ਕਿ ਜਹ ਜਹ ਵੇਖੋ ਤਹਿ ਹਜੂਰ, ਦੂਰ ਕਤਹੁ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੇ ਦੇਖਿਆ, ਆਪ ਨਿਰੰਕਾਰ ਸੀ ਅਤੇ ਉਹਨਾਂ ਨੇ ਦੱਸਿਆ ਦੁਨੀਆ ਦੇ ਲੋਕਾਂ ਨੂੰ, ਭਾਈ ਜਦੋਂ ਉਹ ਪਰਮਾਤਮਾ ਨੂੰ ਅੰਦਰ ਵੇਖ ਲਈਏ ਨਾ, ਪਰਮਾਤਮਾ ਦੇ ਦੀਦਾਰ ਹੋ ਜਾਣ, ਫਿਰ ਕਦੇ ਵੀ ਕਹਿੰਦੇ ਫਿਰ ਉਹ ਕਦੇ ਵੀ ਕਹਿੰਦੇ ਉਸ ਇੱਧਰ ਉੱਧਰ ਭੜਕਦੇ ਨਹੀਂ ਹਨ। ਉਸ ਦਾ ਪਰਮਾਤਮਾ ਦਾ ਉਹ ਸਿਮਰਨ ਕਰਦੇ ਅੱਠੇ ਪੈਰ। ਫਿਰ ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਹੈ ਕਹਿੰਦੇ ਭਾਈ ਜਿਹੜਾ ਮਨੁੱਖਾ ਜਨਮ ਹੈ ਇਹ ਤੈਨੂੰ ਮਿਲਿਆ ਕਹਿੰਦੇ ਨਾਮ ਜਪਣ ਦੇ ਲਈ, ਪਰ ਕਹਿੰਦੇ ਤੈ ਅੰਮ੍ਰਿਤ ਸੰਗ ਬਸਤ ਹੈ ਤੇਰੇ। ਨਾਮ ਅੰਮ੍ਰਿਤ ਤੇਰੇ ਸੰਗ, ਤੇਰੇ ਨਾਲ ਵਸਦਾ, ਤੇਰੇ ਨਾਲ ਹੈ, ਤੇਰੇ ਕੋਲ ਹੈ। ਪਰ ਵਿਖਿਆ ਸਿਉ ਉਰਝਾਇਓ, ਤੂੰ ਐਸਾ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਗਿਆ, ਐਸਾ ਉਲਝ ਗਿਆ, ਤੈਨੂੰ ਇਹ ਪਤਾ ਨਹੀਂ ਲੱਗਿਆ ਕਿ ਮੈਂ ਕਦੋਂ ਮੇਰਾ ਜਿਹੜਾ ਜਨਮ ਮਨੁੱਖਾ ਜਨਮ ਅਜਾਈ ਜਾ ਰਿਹਾ ਹੈ, ਇਹਦੇ ਬਾਅਦ ਬਿਲਕੁਲ ਤਾਂ ਵਿਚਾਰ ਨਹੀਂ ਕੀਤੀ। ਇਸ ਤਰ੍ਹਾਂ ਤੂੰ ਮਾਇਆ ਦੇ ਵਿੱਚ ਗਲਤਾਨ ਹੋ ਗਿਆ। ਰਹਾਉ ਰਤਨ ਜਬੇਹਰ ਬਨ ਜਨ ਆਇਓ, ਕਾਲਰ ਲਾਦ ਚਲਾਇਓ। ਰਹਾਉ ਵਾਲੀ ਪੰਕਤੀ 'ਚ ਵਿਸ਼ਰਾਮ ਦੇ ਕੇ ਗੁਰੂ ਸਾਹਿਬਾਨ ਜੀ ਬਖਸ਼ਿਸ਼ ਕਰਦੇ ਨੇ। ਕਹਿੰਦੇ ਮਨੁੱਖ ਆਇਆ ਕਾਹਦੇ ਲਈ ਸੰਸਾਰ ਵਿੱਚ, ਜੀਵ ਕਾਹਦੇ ਲਈ ਆਇਆ? ਨਾਮ ਰਤਨ ਦਾ ਵਪਾਰ ਕਰਨ ਲਈ। ਗੁਰੂ ਦਾ ਜਿਹੜਾ ਸ਼ਬਦ ਹੈ ਇਹ ਰਤਨ ਹੈ, ਇਹਦਾ ਵਪਾਰ ਕਰਨ ਲਈ, ਵਣਜ ਕਰਨ ਲਈ ਆਇਆ ਸੀ। ਪਰ ਕਹਿੰਦੇ ਹੋਇਆ ਕੀ ਹੈ? ਪਰਮਾਤਮਾ ਨੇ ਖਜ਼ਾਨਾ ਦਿੱਤਾ। ਖਜ਼ਾਨਾ ਦਿੱਤਾ ਜਿਵੇਂ ਇੱਕ ਪਿਤਾ ਆਪਣੇ ਬੱਚੇ ਨੂੰ ਧਨ ਸੰਪਦਾ ਆਪਣੀ ਜਮ੍ਹਾਂ ਪੂੰਜੀ ਦੇ ਦੇਵੇ, ਅਤੇ ਪਿਤਾ ਆਖੇ ਕਿ ਪੁੱਤਰ ਤੂੰ ਹੁਣ ਇਸ ਮਾਇਆ ਦੇ ਰਾਹੀਂ ਆਪਣਾ ਕਾਰੋਬਾਰ ਪ੍ਰਾਰੰਭ ਕਰ। ਜਿਹੜੀ ਮੇਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਮੈਂ ਸਾਰੀ ਤੈਨੂੰ ਦੇ ਦਿੱਤੀ ਹੈ, ਹੁਣ ਇਹਦੇ ਰਾਹੀਂ ਤੂੰ ਕਾਰੋਬਾਰ ਕਰੀ ਕਿ ਵੇਖੀ ਕਿਤੇ ਘਾਟਾ ਨਾ ਪਾ ਲਵੀਂ। ਜੇ ਘਾਟਾ ਪਾ ਦਿੱਤਾ ਤਾਂ ਆਪਾਂ ਸੜਕ ਉੱਤੇ ਆ ਜਾਣਾ ਹੈ। ਜਿਹਦਾ ਬੱਚਾ ਸਿਆਣਾ ਹੋਵੇ ਅਤੇ ਬੱਚੇ ਨੇ ਗੁਰੂ ਸਵਾਰੇ ਉਹ ਕਾਰੋਬਾਰ ਚੰਗੀ ਤਰ੍ਹਾਂ ਸਾਂਭ ਗਿਆ, ਫਿਰ ਲਾਭ ਹੋ ਜਾਣਾ, ਪਿਤਾ ਦੀ ਖੁਸ਼ੀ ਮਿਲਦੀ ਹੈ। ਜੇ ਘਾਟਾ ਪੈ ਜਾਏ ਫਿਰ ਪਿਤਾ ਪਾਸੋਂ ਪਿਤਾ ਗੁੱਸੇ ਹੁੰਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਨੇ ਵੀ ਸਾਨੂੰ ਪੂੰਜੀ ਦਿੱਤੀ। ਉਹ ਪੂੰਜੀ ਕਿਹੜੀ ਹੈ? ਸਵਾਸਾਂ ਦੀ ਪੂੰਜੀ। ਸਵਾਸਾਂ ਦੀ ਪੂੰਜੀ ਦਿੱਤੀ, ਸੰਸਾਰ ਵਿੱਚ ਭੇਜ ਦਿੱਤਾ ਅਤੇ ਆਖਿਆ ਤੂੰ ਵਪਾਰ ਕਰ। ਕਾਹਦਾ ਵਪਾਰ ਕਰਨਾ ਜੀ? ਨਾਮ ਦਾ ਵਪਾਰ। ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਉਹ ਵਸਤੂ ਇਕੱਤਰ ਕਰਨੀ ਹੈ, ਹੇ ਜੀਵ ਰੂਪੀ ਵਣਜਾਰਿਆ, ਜਿਹੜੀ ਤੇਰੇ ਨਾਲ ਨਿਭਣ ਵਾਲੀ ਹੈ। ਉਸ ਵਸਤੂ ਨੂੰ ਇਕੱਤਰ ਕਰਕੇ ਫਿਰ ਤੂੰ ਇਸ ਤਰ੍ਹਾਂ ਨਾਮ ਦਾ ਵਪਾਰ ਕਰਨਾ ਕਰ। ਅਤੇ ਜਿਨ੍ਹਾਂ ਨੇ ਗੁਰੂ ਨਾਮ ਦਾ ਵਪਾਰ ਕੀਤਾ, ਪਾ ਨਾਮ ਜਪਿਆ, ਬੰਦਗੀ ਕੀਤੀ, ਉਹਨਾਂ ਦਾ ਸੰਸਾਰ ਵਿੱਚ ਫਿਰ ਆਇਆ ਸਫਲਾ ਹੋ ਗਿਆ।
ਜਿਨ੍ਹਾਂ ਨੇ ਗੁਰੂ ਸਵਾਰੇ ਇਸੇ ਤਰ੍ਹਾਂ ਹੀ ਵਿਸ਼ੇ ਰਸਾਂ ਵਿੱਚ ਗਲਤਾਨ ਹੋ ਕੇ ਝੂਠੇ ਵਪਾਰ ਵਿੱਚ ਗਲਤਾਨ ਐਸੇ ਹੋਏ ਤੇ ਉਹ ਗੁਰੂ ਸਰ ਉਹਨਾਂ ਨੇ ਫਿਰ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਤੇ ਮਾਨੋ ਕਾਲਰ ਲਾਦ ਚਲਾਇਓ। ਕਹਿੰਦੇ ਮਾਨੋ ਉਹ ਕਲਰ ਨੂੰ ਹੀ ਆਪਣੇ ਲੱਦ ਕੇ ਕਹਿੰਦੇ ਆਪਣੇ ਸਿਰ ਉੱਤੇ ਰੱਖ ਕੇ ਇਸ ਲੋਕ ਤੋਂ ਪਰਲੋਕ ਦੇ ਰਾਹ ਵਿੱਚ ਜਾ ਰਿਹਾ, ਪਾਪਾਂ ਰੂਪੀ ਭਾਰ ਇਕੱਤਰ ਕਰਕੇ ਲਿਜਾ ਰਿਹਾ ਹੈ। ਨਾਮ ਦਾ ਵਪਾਰ ਕਰਨਾ ਸੀ ਤੇ ਗੁਰੂ ਸਵਾਰੇ ਪਰ ਜਿਨ੍ਹਾਂ ਉੱਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਨਾ, ਉਹਨਾਂ ਕੋਲ ਚਾਹੇ ਬੇਸ਼ੁਮਾਰ ਕੀਮਤੀ ਖਜ਼ਾਨਾ ਕਿਉਂ ਨਾ ਆ ਜਾਵੇ, ਉਸ ਖਜ਼ਾਨੇ ਨੂੰ ਪ੍ਰਾਪਤ ਕਰਕੇ ਵੀ ਉਹ ਕਦੇ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਵਿਸਾਰਦੇ ਨਹੀਂ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਾਵਨ ਸ਼ਬਦ ਹੈ, ਸ੍ਰੀ ਰਾਗ ਦੇ ਵਿੱਚ ਪਹਿਲਾ ਸ਼ਬਦ ਪਾਤਸ਼ਾਹ ਜੀ ਦਾ, ਸਤਿਗੁਰੂ ਜੀ ਦਾ ਫਰਮਾਨ ਕਿ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਊ, ਕਸਤੂਰ ਕੁੰਗੂ ਅਗਰ ਚੰਦਨ, ਚੀਤ ਆਵੈ ਨਾ ਚਾਹੋ, ਮਤ ਦੇਖ ਭੂਲਾ ਬੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਕਹਿੰਦੇ ਹੇ ਪਰਮਾਤਮਾ ਮੇਰੇ ਇਹੋ ਜਿਹੇ ਮੇਰੇ ਆਲੀਸ਼ਾਨ ਮੇਰਾ ਮਕਾਨ ਬਣ ਜਾਵੇ, ਸੋਹਣਾ ਮੇਰੀ ਮਹਿਲ ਮਾੜੀ ਬਣ ਜਾਵੇ, ਜਿਹਦੇ ਵਿੱਚ ਹੀਰੇ ਜਵਾਹਰਾਤ ਚੜਤ ਕੀਤੇ ਹੋਣ, ਹੀਰੇ ਜਿੱਤ ਜੜਾਓ। ਕਹਿੰਦੇ ਮਤਾਂ ਕਿਤੇ ਇਹਨਾਂ ਨੂੰ ਦੇਖ ਕੇ ਮੈਂ ਤੇਰੇ ਨਾਮ ਨੂੰ ਭੁੱਲ ਜਾਵਾਂ। ਜੇ ਤੇਰਾ ਨਾਮ ਇਹਨਾਂ ਨੂੰ ਪ੍ਰਾਪਤ ਕਰਕੇ ਮੈਨੂੰ ਤੇਰਾ ਨਾਮ ਭੁੱਲਦਾ ਹੈ ਮੇਰੇ ਮਾਲਕ ਜੀ, ਫਿਰ ਮੈਨੂੰ ਮਹਿਲ ਮਾੜੀਆਂ ਨਹੀਂ ਚਾਹੀਦੀਆਂ। ਹਰ ਬਿਨ ਜਿਉ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਬਰ ਨਾਹੀ ਥਾਓ। ਕਿ ਆਪਣੇ ਗੁਰੂ ਨੇ ਪੁੱਛ ਕੇ ਦੇਖਣਾ ਕੀਤਾ। ਗੁਰੂ ਨੇ ਦੱਸਿਆ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਤੈਨੂੰ ਕਿਤੇ ਥਾਂ ਨਹੀਂ ਮਿਲਣੀ ਹੈ। ਮੈਂ ਆਪਣਾ ਗੁਰ ਪੂਛ ਦੇਖਿਆ, ਅਬਰ ਨਾਹੀ ਥਾਓ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ, ਮਤ ਦੇਖ ਭੂਲਾ ਬੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਕਹਿੰਦੇ ਇਹੋ ਜਿਹੀ ਭੂਮੀ ਦਾ ਮੈਂ ਮਾਲਕ ਬਣ ਜਾਵਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਇਹੋ ਜਿਹੀ ਭੂਮੀ ਦਾ ਮਾਲਕ ਬਣ ਜਾਵਾਂ ਕਿ ਮਾਨੋ ਉਸ ਭੂਮੀ ਦੇ ਵਿੱਚ ਲਾਲ ਉਤਪੰਨ ਹੋਣ, ਲਾਲ ਉਤਪੰਨ ਹੋਣ। ਤੇ ਇੱਥੋਂ ਤੱਕ ਕਹਿੰਦੇ ਜਿਸ ਪਲੰਘ ਉੱਤੇ ਮੈਂ ਰਾਤ ਨੂੰ ਵਿਸ਼ਰਾਮ ਕਰਾਂ, ਜਿਸ ਪਲੰਘ ਉੱਤੇ ਬੈਠਣਾ ਕਰਾਂ, ਕਹਿੰਦੇ ਉਹਨਾਂ ਪਲੰਘਾਂ ਉੱਤੇ ਵੀ ਕਹਿੰਦੇ ਲਾਲ ਇਤਿਆਦਿਕ ਜੜਤ ਕੀਤੇ ਹੋਣ, ਮੋਤੀ ਲਾਏ ਹੋਣ, ਉਹ ਬੜਾ ਕੀਮਤੀ ਪਲੰਘ ਹੋ, ਵਧੀਆ ਪਲੰਘ ਬਣਿਆ ਹੋਵੇ। ਕਹਿੰਦੇ ਇਹੋ ਜਿਹੀਆਂ ਮਾਲਕ ਮੈਨੂੰ ਸੁੱਖ ਸਹੂਲਤਾਂ ਮਿਲ ਜਾਣ, ਇੰਨੇ ਐਸ਼ੋ ਆਰਾਮ ਵਾਲੀ ਜ਼ਿੰਦਗੀ ਹੋਵੇ। ਪਰ ਮਤਾ ਕਿਤੇ ਦੇਖ ਕੇ ਪਰਮਾਤਮਾ ਇਹਨਾਂ ਨੂੰ ਮੈਂ ਦੇਖ ਕੇ ਭੁੱਲ ਜਾਵਾਂ, ਤੇਰਾ ਨਾਮ ਮੇਰੇ ਚਿੱਤ ਚੇਤੇ ਵਿੱਚ ਨਾ ਆਵੇ। ਜੇ ਮੈਨੂੰ ਤੇਰਾ ਨਾਮ ਭੁੱਲਦਾ ਹੈ ਫਿਰ ਮੈਨੂੰ ਮਹਿਲ ਮਾੜੀਆਂ ਨਹੀਂ ਚਾਹੀਦੀਆਂ, ਮੈਨੂੰ ਕੀਮਤੀ ਪਲੰਘ ਨਹੀਂ ਚਾਹੀਦੇ, ਮੈਨੂੰ ਕੀਮਤੀ ਭੂਮੀ ਨਹੀਂ ਚਾਹੀਦੀ ਹੈ। ਮੈਂ ਇਹ ਸਭ ਕੁਝ ਤਿਆਗਦਾ, ਮੈਨੂੰ ਤਾਂ ਕੇਵਲ ਤੇਰਾ ਨਾਮ ਹੀ ਚਾਹੀਦਾ, ਤੇਰੇ ਨਾਮ ਤੋਂ ਬਿਨਾਂ ਕੁਝ ਵੀ ਨਹੀਂ ਚਾਹੀਦਾ। ਹੀਰੇ ਜਿੱਤ ਜੜਾਓ, ਕਹਿੰਦੇ ਇਸ ਤਰ੍ਹਾਂ ਮੋਹਣੀ ਮੁਖ ਮਣੀ ਸੋਹਾ, ਕਰੇ ਰੰਗ ਪਸਾਓ, ਮਾ ਦੇਖ ਭੂਲਾ ਬੀਸਰ, ਤੇਰੇ ਚਿੱਤ ਨਾ ਆਵੈ ਨਾਉ। ਕਹਿੰਦੇ ਮਤਾ ਕਿਤੇ ਦੇਖ ਕੇ ਭੁੱਲ ਜਾਵਾਂ, ਸੋਹਣੀਆਂ ਇਸਤਰੀਆਂ ਹੋਣ ਜਿਨ੍ਹਾਂ ਦਾ ਮੈਂ ਸੰਗ ਕਰਾਂ, ਮੇਰੀ ਟਹਿਲ ਸਾਹਿਬ ਵਿੱਚ ਹਾਜ਼ਰ ਹੋਣ। ਇੰਨੇ ਸੁੱਖ ਹੋਣ ਦੇ ਬਾਵਜੂਦ ਜੇ ਤੇਰਾ ਨਾਮ ਨਹੀਂ ਮੈਨੂੰ ਚਿੱਤੇ ਤੇ ਫਿਰ ਮੇਰੇ ਇਹ ਕਿਸੇ ਕੰਮ ਨਹੀਂ। ਫਿਰ ਅਗਲੀ ਪੰਕਤੀ ਬਚਨ ਕਰਦੇ ਨੇ, ਸੁਲਤਾਨ ਹੋਵਾ ਮੇਲ ਲਸ਼ਕਰ, ਤਖਤ ਰਾਖਾ ਪਾਓ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਬਾਓ, ਮਤ ਦੇਖ ਭੂਲਾ ਬੀਸਰੈ, ਤੇਰਾ ਚਿੱਤ ਨਾ ਆਵੈ ਨਾਉ। ਸੁਲਤਾਨ ਦਾ ਅਰਥ ਹੈ ਬਾਦਸ਼ਾਹ, ਕਿ ਬਾਦਸ਼ਾਹ ਬਣ ਜਾਵਾਂ ਮੈਂ, ਤਖਤ ਉੱਤੇ ਬੈਠਾ ਹੋਵਾਂ ਤੇ ਵੱਡੇ ਵੱਡੇ ਲਸ਼ਕਰ ਹੋਣ ਮੇਰੇ ਕੋਲ, ਪੈਦਲ ਸੈਨਾ ਵੀ ਹੋਵੇ, ਹਾਥੀਆਂ ਵਾਲੀ ਸੈਨਾ ਵੀ ਹੋਵੇ,
ਘੋੜਿਆਂ ਵਾਲੀ ਸੈਨਾ ਵੀ ਹੋਵੇ, ਹਰ ਪ੍ਰਕਾਰ ਦੀ ਸੈਨਾ, 4 ਪ੍ਰਕਾਰ ਦੀ ਸੈਨਾ ਮੰਨੀ ਗਈ ਹੈ। ਇਹ 4 ਪ੍ਰਕਾਰ ਦੀ ਸੈਨਾ ਮੇਰੇ ਕੋਲ ਹੋਵੇ, ਪਰਮਾਤਮਾ ਮਾਲਕ ਜੀ ਕਿਤੇ ਇਹ ਨਾ ਮੇਰਾ ਇਹੋ ਜਿਹਾ ਹੁਕਮ ਹੋਵੇ ਕਿ ਮੇਰੇ ਹੁਕਮ ਅਮੋੜ ਹੋਵੇ, ਕੋਈ ਮੋੜ ਨਾ ਸਕੇ। ਇੰਨੀ ਤਾਕਤ ਦਾ ਮੈਂ ਮਾਲਕ ਬਣ ਜਾਵਾਂ। ਪਰ ਮਤਾ ਮਾਲਕ ਕਿਤੇ ਇਹਨਾਂ ਨੂੰ ਪ੍ਰਾਪਤ ਕਰਕੇ ਮੈਂ ਤੇਰੇ ਨਾਮ ਨੂੰ ਭੁੱਲ ਜਾਵਾਂ। ਇਸ ਕਰਕੇ ਮੈਨੂੰ ਇਹ ਨਹੀਂ ਚਾਹੀਦੇ, ਮੈਨੂੰ ਤਾਂ ਕੇਵਲ ਤੇਰਾ ਨਾਮ ਹੀ ਚਾਹੀਦਾ ਹੈ। ਇਹ ਰਾਜ ਭਾਗ ਮੈਨੂੰ ਕੁਝ ਨਹੀਂ ਚਾਹੀਦਾ ਹੈ। ਸੋ ਗੁਰੂ ਸਵਾਰਿਓ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਨੇ। ਅਤੇ ਇੱਥੇ ਵੀ ਸਤਿਗੁਰੂ ਕਹਿੰਦੇ ਨੇ, ਜੀਵ ਤੂੰ ਆਇਆ ਸੀ ਨਾਮ ਦਾ ਲਾਹਾ ਲੈਣ ਵਾਸਤੇ, ਪਰ ਤੈਂ ਇਕੱਤਰ ਕਰਨੇ ਸੀ ਪ੍ਰਮਾਤਮਾ ਦਾ ਨਾਮ ਰੂਪੀ ਰਤਨ, ਨਾਮ ਰੂਪੀ ਜਵੇਹਰ, ਇਹਦਾ ਵਣਜ ਵਪਾਰ ਕਰਨਾ ਸੀ। ਪਰ ਹੋਇਆ ਕੀ? ਕਹਿੰਦੇ ਤੂੰ ਕਾਲਰ ਲਾਦ ਚਲਾਇਓ। ਆਪਣੇ ਜਿਹੜੇ ਗੱਡੇ ਉੱਤੇ ਕਹਿੰਦੇ ਤੂੰ ਕਲਰ ਨੂੰ ਹੀ ਲੱਦ ਕੇ ਲੈ ਕੇ ਜਾ, ਜਿਹੜਾ ਕਿਸੇ ਕੰਮ ਆਉਣ ਵਾਲੇ ਨਹੀਂ ਹਨ। ਜਿਵੇਂ ਭਗਤ ਰਵਿਦਾਸ ਸਾਹਿਬਾਨ ਜੀ ਬਚਨ ਕਰਦੇ ਨੇ ਕਿ ਘਟ ਅਵ ਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰੱਖ ਉਪਾਰ, ਕੋਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ, ਹੋਂ ਬਣ ਜਾਰੋ ਰਾਮ ਕੋ ਮੈਂ ਸਹਿਜ ਕਰੋ ਵਪਾਰ, ਮੈਂ ਰਾਮ ਨਾਮ ਤਨ ਲਾਦਿਆ ਬਿਖ ਲਾਦੀ ਸੰਸਾਰ। ਭਗਤ ਰਵਿਦਾਸ ਜੀ ਦੇ ਬਚਨ ਨੇ। ਕਹਿੰਦੇ ਨੇ ਮੇਰਾ ਜਿਹੜਾ ਰਸਤਾ ਨਾ ਇਸ ਲੋਕ ਤੋਂ ਪਰਲੋਕ ਦੇ ਜਾਣ ਦਾ, ਉਹ ਰਸਤਾ ਕਹਿੰਦੇ ਘੱਟ ਅਵਗੜ ਡੂਗਰ ਕਣਾ, ਬੜਾ ਪਹਾੜੀ ਇਲਾਕਾ ਹੈ। ਕਦੇ ਉੱਚੀ ਥਾਂ ਆ ਗਈ, ਨੀਵੀਂ ਥਾਂ ਆ ਗਈ, ਜਦੋਂ ਤੁਰਨਾ ਬੜਾ ਔਖਾ ਹੈ। ਮੇਰਾ ਜਿਹੜਾ ਬੈਲ ਹੈ ਬੜਾ ਕਮਜ਼ੋਰ ਹੈ, ਜਿਹਦੇ ਉੱਤੇ ਮੈਂ ਆਪਣਾ ਸਾਜੋ ਸਨ ਲੱਦਿਆ ਹੋਇਆ, ਅਤੇ ਇਸ ਬੈਲ ਨੂੰ ਮੈਂ ਉਸ ਪਹਾੜੀ ਇਲਾਕੇ ਤੋਂ ਕਿਵੇਂ ਚੜ੍ਹਾਉਣਾ ਕਰਾਂ ਆਪਣੇ ਟਾਂਡੇ ਨੂੰ। ਕਹਿੰਦੇ ਨੇ ਕੋਬਣ ਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਕਹਿੰਦਾ ਕੋਈ ਇਹੋ ਜਿਹਾ ਨਾਮ ਦੇ ਵਪਾਰ ਦਾ ਵਪਾਰੀ ਹੋਵੇ ਜਿਹੜਾ ਮੇਰੇ ਇਸ ਟਾਂਡੇ ਨੂੰ ਲੱਦ ਕੇ ਉੱਪਰ ਚੜ੍ਹਾ ਦੇਵੇ, ਮੈਨੂੰ ਇਸ ਰਾਹ ਤੋਂ ਅੱਗੇ ਪਹੁੰਚਾ ਦੇਵੇ। ਫਿਰ ਆਪ ਹੀ ਉੱਤਰ ਦਿੰਦੇ ਨੇ, ਕਹਿੰਦੇ ਹੋਂ ਬਣਜਾਰੋ ਰਾਮ ਕੋ, ਮੈਂ ਰਾਮ ਦੇ ਨਾਮ ਦਾ ਬਣਜਾਰਾ ਹਾਂ, ਵਪਾਰੀ ਹਾਂ। ਕਿਹੜਾ ਵਪਾਰ? ਕਿਹਦਾ? ਮੈਂ ਸਹਿਜ ਕਰੋ ਵਪਾਰ, ਮੈਂ ਪਰਮਾਤਮਾ ਦੇ ਨਾਮ ਦਾ ਵਪਾਰ ਕੀਤਾ ਅਤੇ ਮੈਨੂੰ ਆਤਮ ਅਡੋਲਤਾ ਵਾਲੀ ਅਵਸਥਾ ਪ੍ਰਾਪਤ ਹੋ ਗਈ। ਸਹਿਜ ਆਤਮ ਅਡੋਲਤਾ ਵਾਲੀ ਅਵਸਥਾ। ਲੱਦਿਆ ਕੀ ਹੈ? ਮੈਂ ਰਾਮ ਨਾਮ ਤਨ ਲਾਦਿਆ ਬਿਖ ਲਾਦੀ ਸੰਸਾਰ। ਕਹਿੰਦੇ ਮੈਂ ਆਪਣੇ ਟਾਂਡੇ ਉੱਤੇ, ਆਪਣੇ ਗੱਡੇ ਉੱਤੇ ਮੈਂ ਰਮੰਤੀ ਰਾਮ ਦੇ ਨਾਮ ਦਾ ਧਨ ਲੱਦਿਆ ਹੋਇਆ। ਦੁਨੀਆ ਦੇ ਲੋਕਾਂ ਨੇ ਕੀ ਲੱਦਿਆ ਹੋਇਆ? ਕਹਿੰਦੇ ਬਿਖ ਲੱਦੀ ਹੋਈ ਹੈ, ਜ਼ਹਿਰ ਲੱਦਿਆ, ਜਿਹਦੇ ਰਾਹੀਂ ਜੀਵ ਦੀ ਮੌਤ ਹੁੰਦੀ ਹੈ। ਸੋ ਗੁਰੂ ਸਾਹਿਬ ਜਿਨ੍ਹਾਂ ਕੋਲ ਨਾਮ ਦਾ ਵਪਾਰ ਹੈ, ਨਾਮ ਰੂਪੀ ਰਤਨ ਹੈ, ਫਿਰ ਉਹ ਤਾਂ ਆਪਣੇ ਮਨੁੱਖਾ ਜਨਮ ਸਫਲਾ ਕਰ ਲੈਂਦੇ ਨੇ। ਨਹੀਂ ਬਹੁਤ ਦਰ ਸਾਡੀ ਹਾਲਤ, ਮਾਨੂੰ ਕਲਰ ਲਾਦ ਚਲਾਇਓ, ਅਸੀਂ ਕਲਰ ਨੂੰ ਹੀ ਲੱਦ ਕੇ ਲਿਜਾ ਰਹੇ ਹਾਂ। ਜਿਹੇ ਘਰ ਮੈਂ ਤੁਧ ਰਹਿਣਾ ਬਸਨਾ, ਸੋ ਘਰ ਚੀਤ ਨ ਆਇਓ। ਸਤਿਗੁਰੂ ਬਚਨ ਕਰਦੇ ਨੇ, ਕਹਿੰਦੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਜੀਵ ਕਹਿੰਦਾ ਕਿ ਮੇਰਾ ਘਰ, ਮੇਰਾ ਪਰਿਵਾਰ, ਮੇਰੇ ਬੱਚੇ, ਮੇਰੀ ਭੂਮੀ, ਮੇਰੀ ਜ਼ਮੀਨ, ਇਹ ਮੇਰੀ ਕਰਦਾ ਫਿਰਦਾ ਹੈ। ਪਰ ਕਹਿੰਦੇ ਜਿਹੜੇ ਅਸਲ ਘਰ ਵਿੱਚ ਜੀਵਤ ਹੈ, ਰਹਿਣਾ ਸੀ, ਬਸਣਾ ਸੀ, ਉਹ ਘਰ ਤੇਰੇ ਚੇਤੇ ਵਿੱਚ ਨਹੀਂ ਆਇਆ। ਇਹ ਲੋਕ ਤਾਂ ਤੇਰਾ ਇੱਕ ਤਰ੍ਹਾਂ ਤੂੰ ਮਹਿਮਾਨ ਖਾਨੇ ਵਿੱਚ ਆਇਆ, ਪ੍ਰਾਹੁਣਚਾਰੀ ਵਿੱਚ ਆਇਆ ਹੈ। ਜੋ ਤੇਰਾ ਸਫ਼ਰ ਖਤਮ ਹੋ ਗਿਆ ਅਤੇ ਤੈਨੂੰ ਫਿਰ ਵਾਪਸ ਜਾਣਾ ਪਵੇਗਾ। ਕਹਿੰਦੇ ਜਿਸ ਅਸਲ ਘਰ ਵਿੱਚ ਤੈਂ ਪਹੁੰਚਣਾ, ਜਿੱਥੇ ਤੇਰਾ ਵਾਸਾ ਹੋਣਾ ਸੀ, ਉਹਨੂੰ ਤਾਂ ਚੇਤੇ ਵਿੱਚ ਨਹੀਂ ਲਿਆਣਾ ਕੀਤਾ, ਉਹ ਚਿੱਤ ਵਿੱਚ ਨਹੀਂ ਆਇਆ ਹੈ। ਅਟਲ ਅਖੰਡ ਪ੍ਰਾਣ ਸੁਖਦਾਈ, ਇੱਕ ਨਿਮਖ ਨਹੀਂ ਤੁਝ ਗਾਇਓ। ਜਿਹੜਾ ਅਟਲ, ਕਦੇ ਟਲਣ ਵਾਲਾ ਨਹੀਂ ਹੈ, ਸਦੀਵੀ ਕਾਲ ਰਹਿਣ ਵਾਲਾ ਹੈ। ਅਖੰਡ, ਜਿਹੜਾ ਕਦੇ ਖੰਡਨ ਹੋਣ ਵਾਲਾ ਨਹੀਂ ਹੈ।
ਪਰਮਾਤਮਾ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ ਕਿਉਂ ਨੇ? ਰਹਿੰਦੀ ਦੁਨੀਆ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਣਗੇ। ਜਦੋਂ ਤੱਕ ਦੁਨੀਆ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਕਿਉਂਕਿ ਇਹਦੇ ਵਿੱਚ ਧੁਰ ਕੀ ਦਰਗਾਹੋਂ ਆਈ ਬਾਣੀ ਹੈ। ਇਸ ਬਾਣੀ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ ਹੈ। ਇਸ ਕਰਕੇ ਜਿਵੇਂ ਗੁਰਬਾਣੀ ਜੁਗੋ ਜੁਗ ਅਟਲ ਹੈ, ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਤੇ ਪ੍ਰਮਾਤਮਾ ਦਾ ਨਾਮ ਵੀ ਜੁਗੋ ਜੁਗ ਅਟਲ ਹੈ, ਤੇ ਉਹ ਖੰਡ ਨੂੰ ਕੋਈ ਖੰਡਨ ਨਹੀਂ ਕਰ ਸਕਦਾ ਹੈ। ਪ੍ਰਾਣ ਸੁਖਦਾਈ, ਉਹ ਪ੍ਰਾਣਾਂ ਨੂੰ ਸੁੱਖ ਦੇਣ ਵਾਲਾ ਹੈ ਪ੍ਰਮਾਤਮਾ ਵਾਹਿਗੁਰੂ ਜਿਹੜਾ ਹੈ। ਜੀਵਾਂ ਨੂੰ ਸੁੱਖ ਦੇ, ਪ੍ਰਾਣੀਆਂ ਨੂੰ ਸੁੱਖ ਦੇਣ ਵਾਲਾ ਜਿਹੜਾ ਜਿਹੜੇ ਸਾਡੇ ਪ੍ਰਾਣ, ਸਾਨੂੰ ਪ੍ਰਾਣ ਬਖਸ਼ਦਾ, ਸਾਨੂੰ ਸੁੱਖ ਦਿੰਦਾ ਹੈ। ਕਹਿੰਦੇ ਐਸੇ ਮਾਲਕ ਨੂੰ ਇੱਕ ਨਿਮਖ ਨਹੀਂ ਤੁਝ ਗਾਇਓ, ਹੇ ਜੀਵ ਇੱਕ ਨਿਮਖ ਮਾਤਰ ਵੀ ਤੇ ਉਸ ਮਾਲਕ ਦੇ ਨਾਮ ਨੂੰ ਗਾਉਣਾ ਨਹੀਂ ਕੀਤਾ, ਪਾ ਮਾਲਕ ਦੀ ਸਿਫਤ ਸਲਾਹ ਨਹੀਂ ਕੀਤੀ ਹੈ। ਜਹਾਂ ਜਾਣਾ ਸੋ ਥਾਨ ਵਿਸਾਰਿਓ, ਇੱਕ ਨਿਮਖ ਨਹੀਂ ਮਨ ਲਾਇਓ। ਜੀਵ ਸੰਸਾਰ ਵਿੱਚ ਇਸ ਤਰ੍ਹਾਂ ਰਹਿ ਰਿਹਾ ਹੈ ਕਿ ਮਾਨੋ ਜਿਵੇਂ ਸਦੀਵੀ ਕਾਲ ਲਈ ਅਸੀਂ ਸੰਸਾਰ ਵਿੱਚ ਰਹਿਣਾ ਹੋਵੇ। ਫਿਰ ਸਾਡਾ ਅਸਲ ਘਰ ਨਹੀਂ ਹੈ ਗੁਰੂ ਸਵਾਰਿਓ। ਸਾਡੇ ਵੱਡੇ ਵਡੇਰੇ ਚਲੇ ਗਏ, ਕੱਲ੍ਹ ਨੂੰ ਵਾਰੀ ਸਾਡੀ ਵੀ ਆਣੀ ਹੈ। ਇਹ ਪਰਮਾਤਮਾ ਨੇ ਗੁਰੂ ਸਰੇ ਖੇਡ ਰਚਾਈ ਹੋਈ ਹੈ। ਪਰ ਸੱਚ ਇਹ ਹੈ, ਕਹਿੰਦੇ ਜਿਹੜਾ ਜਿੱਥੇ ਜੀਵ ਆਇਆ, ਕਹਿੰਦੇ ਜਿੱਥੇ ਜਾਣਾ ਸੀ ਅਸਲੀ ਥਾਂ ਨੂੰ, ਉੱਥੇ ਉਹਨੂੰ ਕਹਿੰਦੇ ਵਿਸਾਰਿਆ ਹੋਇਆ। ਅਸਲੀ ਜਿਹੜਾ ਘਰ ਹੈ ਸਾਡਾ, ਚਾਹਾਂ ਜਾਣਾ ਸੋ ਥਾਨ ਵਿਸਾਰ, ਉਸ ਥਾਂ ਨੂੰ ਵਿਸਾਰ ਦਿੱਤਾ। ਇੱਕ ਨਿਮਖ ਨਹੀਂ ਮੰਨ, ਇੱਕ ਨਿਮਖ ਮਾਤਰ ਵੀ ਪਰਮਾਤਮਾ ਦੇ ਨਾਮ ਨਾਲ ਆਪਣੇ ਮਨ ਨੂੰ ਨਹੀਂ ਲਾਉਣਾ। ਨਿਮਖ ਕੀ ਹੁੰਦਾ ਹੈ? ਜਿਹੜਾ ਅੱਖ ਝਮਕਣ ਤੋਂ ਪਹਿਲਾਂ ਦਾ ਸਮਾਂ, ਉਹਨੂੰ ਕਹਿੰਦੇ ਨਿਮਖ। ਇੰਨਾ ਸਮਾਂ ਵੀ ਕਹਿੰਦੇ ਪਰਮਾਤਮਾ ਦੇ ਨਾਮ ਦੇ ਵਿੱਚ ਚਿੱਤ ਨਹੀਂ ਲਾਣਾ ਕੀਤਾ। ਪੁੱਤਰ ਕਲੱਤਰ ਗ੍ਰਹਿ ਦੇਖ ਸਮਗਰੀ, ਇਸ ਹੀ ਮਹਿ ਉਰਝਾਇਓ। ਸਤਿਗੁਰੂ ਜੀ ਸਵਾਲ ਕੀਤਾ ਪਾਤਸ਼ਾਹ ਜੀ ਨੂੰ ਕਿ ਪਾਤਸ਼ਾਹ ਜੀ ਕਾਰਨ ਕੀ ਹੈ? ਜੀਵ ਫਿਰ ਪਰਮਾਤਮਾ ਨਾਲ ਆਪਣਾ ਚਿੱਤ ਕਿਉਂ ਨਹੀਂ ਜੋੜਦਾ, ਕਿਉਂ ਨਹੀਂ ਪਰਿਪੂਰਨ ਪਰਮਾਤਮਾ ਦੀ ਬੰਦਗੀ ਕਰਦਾ? ਤੇ ਸਤਿਗੁਰੂ ਕਹਿੰਦੇ ਨੇ ਇਹ ਐਸਾ ਆਪਣੇ ਕੁਟੁੰਬ ਦੇ ਵਿੱਚ, ਪਰਿਵਾਰ ਵਿੱਚ ਖਚਤ ਹੋ ਗਿਆ ਕਿ ਇਹਨੂੰ ਆਪਣੀ ਆਪ ਦੀ ਸੋਝੀ ਲੈ ਕੇ ਮੈਂ ਆਇਆ ਕਾਹਦੇ ਲਈ, ਕੀ ਕਰ ਰਿਹਾ। ਇਹੋ ਕੁਟੁੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਹ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛਤਾਈਐ। ਫਿਰ ਕਰਨਾ ਕੀ ਹੈ? ਤੇ ਸਤਿਗੁਰੂ ਕਹਿੰਦੇ ਨੇ ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਤੇ ਗੁਰੂ ਦਾ ਉਪਦੇਸ਼ ਸੁਣ, ਇਹ ਤੇਰੇ ਨਾਲ ਗੁਰੂ ਸੁਣਿਆ ਹੋਇਆ ਉਪਦੇਸ਼, ਕਮਾਇਆ ਹੋਇਆ ਗੁਰੂ ਦਾ ਬਚਨ, ਇਹ ਤੇਰੇ ਨਾਲ ਜਾਣੇ ਨੇ। ਤੇਰੀ ਹਾਲਤ ਇਹੋ ਜਿਹੀ ਹੋ ਗਈ ਤੇ ਗੁਰੂ ਦੇ ਉਪਦੇਸ਼ ਨੂੰ ਛੱਡ ਕੇ ਐਸਾ ਤੂੰ ਆਪਣੇ ਪਰਿਵਾਰ 'ਚ ਖਚਤ ਹੋ ਗਿਆ। ਤੇ ਕਹਿੰਦਾ ਮੇਰੇ ਪੁੱਤਰ, ਮੇਰੀ ਕਲੱਤਰ ਘਰ ਵਾਲੀ ਇਸਤਰੀ, ਮੇਰਾ ਗ੍ਰਹਿ, ਮੇਰਾ ਘਰ ਇਤਿਆਦਿਕ ਆਪਣੇ ਪਰਿਵਾਰ ਨੂੰ ਦੇਖ ਕੇ ਕਹਿੰਦਾ ਦੇਖ ਸਮਗਰੀ, ਜਿੰਨੀਆਂ ਵੀ ਸੰਸਾਰ ਵਿੱਚ ਘਰ ਦੇ ਪਦਾਰਥ ਨੇ ਉਹਨਾਂ ਵੱਲ, ਆਪਣੇ ਧਨ ਸੰਪਦਾ ਵੱਲ ਦੇਖਦਾ ਹੈ। ਇਸ ਹੀ ਮੈਂ ਉਲਝਾਏ, ਇਹਦੇ ਵਿੱਚ ਹੀ ਉਲਝ ਗਿਆ, ਇਹਦੇ ਵਿੱਚ ਹੀ ਐਸਾ ਖਚਤ ਹੋਇਆ ਕਿ ਆਪਣੇ ਅਸਲੇ ਦੀ ਇਹ ਪਹਿਚਾਣ ਨਹੀਂ ਕਰ ਸਕਿਆ। ਜਿਤ ਕੋ ਲਾਇਓ ਤਿਤ ਹੀ ਲਾਗਾ, ਤੈਸੇ ਕਰਮ ਕਮਾਇਓ। ਪਰ ਪਾਤਸ਼ਾਹ ਜੀ ਨੇ ਅਗਲੀ ਪੰਕਤੀ ਗੱਲ ਮੁਕਾ ਦਿੱਤੀ। ਕਹਿੰਦੇ ਜੀਵ ਦੇ ਵੱਸ ਦੀ ਗੱਲ ਨਹੀਂ ਭਾਈ ਇਹ, ਕਹਿੰਦੇ ਪਰਮਾਤਮਾ ਦੀ ਖੇਡ ਰਚਾਈ ਹੋਈ ਹੈ। ਜਿੱਧਰਲੇ ਪਾਸੇ ਨੂੰ ਪਰਮਾਤਮਾ ਨੇ ਜੀਵ ਨੂੰ ਲਾ ਦਿੱਤਾ, ਤਿਤ ਹੀ ਲਾਗਾ, ਉੱਧਰਲੇ ਪਾਸੇ ਨੂੰ ਲੱਗਿਆ ਹੋਇਆ ਹੈ। ਜਿਤ ਕੋ ਲਾਇਓ ਤਿਤ ਹੀ ਲਾਗਾ, ਤੈਸੇ ਕਰਮ ਕਮਾਇਓ। ਉਸ ਮਾਲਕ ਦੇ ਹੁਕਮ ਵਿੱਚ ਉਹੋ ਜਿਹੇ ਕਰਮ ਕਮਾ ਰਿਹਾ। ਜੇ ਮਾਲਕ ਨੂੰ ਭਾਉਂਦਾ ਏ ਤੇ ਮਾਲਕ ਚੰਗੇ ਕੰਮ ਕਰਾਉਂਦਾ, ਪੁੰਨ ਦਾਨ ਕਰਾਉਂਦਾ। ਮਾਲਕ ਫਿਰ ਆਪਣਾ ਨਾਮ ਜਪਾਉਂਦਾ, ਆਪਣੇ ਚਰਨਾਂ ਨਾਲ ਜੋੜ ਕੇ ਗੁਰੂ ਸਾਹਿਬਾਨਾਂ ਮਿਲਾਪ ਕਰਾ ਦਿੰਦਾ ਹੈ। ਜੇ ਮਾਲਕ ਨੂੰ ਨਹੀਂ ਭਾਉਂਦਾ ਤੇ
ਰਾਹੇ ਪਿਆਂ ਨੂੰ ਕੁਰਾਹੇ ਵੀ ਪਰਮਾਤਮਾ ਪਾ ਦਿੰਦਾ ਹੈ। ਵੱਡੇ ਵੱਡੇ ਦੇਖਣਾ ਕੀਤੇ ਨੇ, ਜਿਹੜੇ ਰਾਹ ਪਏ ਹੋਏ ਸਨ ਉਹ ਕੁਰਾਹੇ ਪੈ ਗਏ। ਕੁਰਾਹੇ ਪਿਆਂ ਨੂੰ ਮਾਲਕ ਨੇ ਰਾਹ ਪਾ ਦਿੱਤਾ। ਦੇਖੋ ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਮਦੀਨੇ ਦੀ ਧਰਤੀ 'ਤੇ ਗਏ ਨੇ, ਆਪ ਜੀ ਇਤਿਹਾਸ ਤੋਂ ਭਲੀ ਭਾਂਤ ਜਾਣੋ ਕਿ ਬਾਬੇ ਨਾਨਕ ਨੇ ਜਿਹੜੇ ਆਪਣੇ ਚਰਨ ਸਨ ਉਹ ਮੱਕੇ ਵੱਲ ਕਰ ਦਿੱਤੇ ਕਿ ਜੀਵਨ ਨਾਮੀ ਕਾਜੀ ਆਇਆ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੂੰ ਬਹੁਤ ਕੁਫਰ ਤੋਲਿਆ, ਸਤਿਗੁਰਾਂ ਦੇ ਖਿਲਾਫ ਬੜਾ ਗਲਤ ਬੋਲਿਆ। ਇੱਥੋਂ ਤੱਕ ਇਤਿਹਾਸਕਾਰੀ ਵੀ ਲਿਖਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਟੰਗੋ ਪਕੜ ਘਸੀਟਿਆ, ਕਿ ਪੈਰਾਂ ਤੋਂ ਸਤਿਗੁਰ ਚਰਨਾਂ ਤੋਂ ਪਕੜ ਘਸੀਟਣਾ ਕੀਤਾ ਸੀ। ਹੋ ਸਕਦਾ ਧੱਕਾ ਮੁੱਕੀ ਵੀ ਕੀਤੀ ਹੋਵੇ। ਅਤੇ ਜਦੋਂ ਸਤਿਗੁਰ ਦੀ ਸ਼ਾਨ ਦੇ ਖਿਲਾਫ ਬੋਲ ਰਿਹਾ ਸੀ ਤੇ ਸਿੱਖ ਦਾ ਕੰਮ ਹੈ ਗੁਰ ਕੀ ਨਿੰਦਾ ਸੁਣੇ ਨਾ ਕਾਨ। ਭਾਈ ਮਰਦਾਨਾ ਜੀ ਕੋਲ ਨੇ, ਭਾਈ ਮਰਦਾਨਾ ਜੀ ਕਹਿਣ ਲੱਗੇ ਪਾਤਸ਼ਾਹ ਮੈਨੂੰ ਹੁਕਮ ਕਰੋ, ਤੁਹਾਡਾ ਸੇਵਕ ਆ, ਮੇਰੇ ਹੁੰਦਿਆਂ ਤੁਹਾਨੂੰ ਇੰਨਾ ਕੋਈ ਕਬੋਲ ਬੋਲੇ ਤੇ ਤੁਸੀਂ ਚੁੱਪ ਕਰਕੇ ਸੁਣ ਰਹੇ ਹੋ। ਤੇ ਸਤਿਗੁਰੂ ਮੈਨੂੰ ਗੁੱਸਾ ਆ ਰਿਹਾ, ਮੈਨੂੰ ਹੁਕਮ ਕਰੋ। ਬੇਸ਼ੱਕ ਮੈਂ ਇਹਨਾਂ ਨਾਲ ਮੁਕਾਬਲਾ ਕਰਾਂਗਾ, ਬੇਸ਼ੱਕ ਬਾਦਸ਼ਾਹ ਮੈਂ ਕੁੱਟ ਖਾ ਲਵਾਂ, ਮਾਰ ਖਾ ਲਵਾਂ, ਪਰ ਮੈਨੂੰ ਸਬਕ ਸਿਖਾਵਾਂ ਕਿ ਮੇਰੇ ਗੁਰੂ ਨੂੰ ਬੋਲਿਆ ਕਿਵੇਂ ਤੂੰ। ਗੁਰੂ ਨਾਨਕ ਪਾਤਸ਼ਾਹ ਨੇ ਬੜਾ ਸੁੰਦਰ ਉੱਤਰ ਦੇਣਾ ਕੀਤਾ। ਸਤਿਗੁਰੂ ਕਹਿਣ ਲੱਗੇ ਜਿਹੜੇ ਸ਼ੁਦਾਈ ਲੋਕ ਹੁੰਦੇ ਨੇ ਨਾ, ਪਾਗਲਖਾਨੇ 'ਚ ਪਾਗਲ ਲੋਕ ਭਰਤੀ ਹੁੰਦੇ ਨੇ, ਅਤੇ ਡਾਕਟਰ ਪਾਗਲ ਲੋਕਾਂ ਦਾ ਇਲਾਜ ਕਰਨ ਲਈ ਜਾਂਦਾ, ਅਤੇ ਜਦੋਂ ਇਲਾਜ ਕਰਨ ਲਈ ਜਾਂਦਾ ਅਤੇ ਜਿਹੜੇ ਉਹ ਮਰੀਜ਼ ਹੁੰਦੇ ਨੇ ਮੈਂਟਲ, ਉਹ ਡਾਕਟਰ ਨੂੰ ਗਾਲਾਂ ਕੱਢਣ ਲੱਗ ਪੈਂਦੇ ਨੇ, ਉਹਨੂੰ ਬੋਲ ਕਬੋਲ ਬੋਲਦੇ ਨੇ। ਅਤੇ ਸਤਿਗੁਰੂ ਕਹਿਣ ਲੱਗੇ ਕਿ ਜਿਹੜਾ ਡਾਕਟਰ ਹੈ ਕਿ ਉਹਨਾਂ ਪਾਗਲ ਲੋਕਾਂ ਦਾ ਇਲਾਜ ਕਰਨਾ ਛੱਡ ਦਿੰਦਾ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ ਨਹੀਂ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਲੋਕ ਸ਼ੁਦਾਈ ਨੇ ਅਤੇ ਮੈਨੂੰ ਪਰਮਾਤਮਾ ਨੇ ਡਾਕਟਰ ਬਣਾ ਕੇ, ਵੈਦ ਬਣਾ ਕੇ ਸੰਸਾਰ ਵਿੱਚ ਭੇਜਿਆ ਏ। ਮੈਂ ਸੰਸਾਰ ਦੇ ਪਾਗਲ ਸ਼ੁਦਾਈ ਲੋਕਾਂ ਦਾ ਇਲਾਜ ਕਰਨਾ ਏ। ਇਹ ਬੇਸ਼ੱਕ ਮੈਨੂੰ ਮੇਰੀ ਸ਼ਾਨ ਤੋਂ ਖਿਲਾਫ ਬੋਲਦੇ ਰਹਿਣ ਅਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਏ। ਕੁਰਾਹੇ ਪਏ ਹੋਏ ਸਨ। ਗੁਰੂ ਨਾਨਕ ਦੇ ਇਹ ਬਚਨ ਸੁਣੇ, ਸਤਿਗੁਰ ਦੇ ਬਚਨ ਸੁਣ ਕੇ ਉਹ ਰਾਹ ਪੈ ਗਏ ਗੁਰੂ ਸਵਾਰਿਓ। ਜਿਹੜੇ ਗੁਰੂ ਦੇ ਬਚਨਾਂ ਨੂੰ ਸੁਣਦੇ ਨਹੀਂ ਹਨ ਉਹ ਰਾਹੇ ਪਿਆ ਤੋਂ ਕੁਰਾਹੇ ਪੈ ਜਾਂਦੇ। ਇਹ ਸਤਿਗੁਰ ਦੀ ਮਰਜ਼ੀ ਹੈ, ਪਰਮਾਤਮਾ ਦਾ ਹੁਕਮ ਹੈ। ਜਿੱਧਰਲੇ ਪਾ ਜਿੱਤ ਕੋ ਲਾਇਆ ਤਿੱਤ ਹੀ ਲਾਗਾ, ਤੈਸੇ ਕਰਮ ਕਮਾਇਓ। ਉਹੋ ਜਿਹੇ ਜੀਵ ਕਰਮ ਕਮਾਉਂਦਾ ਫਿਰ। ਅਤੇ ਸਤਿਗੁਰੂ ਕਹਿੰਦੇ ਨੇ ਇਸ ਕਰਕੇ ਕਹਿੰਦੇ ਭਾਈ ਜੀਵ ਦੇ ਵੱਸ ਦੀ ਗੱਲ ਨਹੀਂ, ਜਿੱਧਰਲੇ ਪਾਸੇ ਨੂੰ ਪਰਮਾਤਮਾ ਲਾ ਦਿੰਦਾ ਉਹੋ ਜਿਹੇ ਉੱਧਰਲੇ ਪਾਸੇ ਦਾ ਉਹੋ ਜਿਹੇ ਜੀਵ ਕਹਿੰਦੇ ਜੀਵ ਕਰਮ ਕਮਾਉਂਦਾ ਹੈ। ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ, ਜਨ ਨਾਨਕ ਬ੍ਰਹਮ ਧਿਆਇਓ। ਅਖੀਰਲੀ ਪੰਗਤੀ 'ਚ ਗੁਰੂ ਸਾਹਿਬਾਨ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜੋ ਭਇਓ ਕਿਰਪਾਲ, ਜਦੋਂ ਉਹ ਵਾਹਿਗੁਰੂ ਕਿਰਪਾ ਦੇ ਘਰ ਵਿੱਚ ਆਉਂਦਾ, ਮਿਹਰ ਕਰਦਾ, ਕਿਰਪਾ ਕਰਦਾ ਵਾਹਿਗੁਰੂ, ਫਿਰ ਸਾਧ ਸੰਗ ਪਾਇਆ। ਸਾਧ ਸੰਗਤ ਦੀ ਕਹਿੰਦੇ ਪ੍ਰਾਪਤੀ ਹੁੰਦੀ ਹੈ। ਸਤ ਸੰਗਤ ਮਾਨਣ ਦਾ ਸੁਭਾਗਾ ਸਮਾਂ ਮਿਲਦਾ ਹੈ। ਫਿਰ ਕਹਿੰਦੇ ਨਾਨਕ ਜਨ ਨਾਨਕ ਬ੍ਰਹਮ ਧਿਆਇਓ। ਕਹਿੰਦੇ ਜਨ ਨਾਨਕ ਨੇ ਕਹਿੰਦੇ ਸਤ ਸੰਗਤ ਵਿੱਚ ਆ ਕੇ ਉਸ ਬ੍ਰਹਮ ਪਰਮੇਸ਼ਰ ਸਰੂਪ, ਜਿਹੜਾ ਬ੍ਰਹਮ ਪਰਮੇਸ਼ਰ ਹੈ, ਉਸ ਮਾਲਕ ਨੂੰ ਧਿਆਣਾ ਕੀਤਾ ਅਤੇ ਨਾਨਕ ਉਸ ਮਾਲਕ ਦੇ ਗੁਣ ਗਾ ਕੇ ਉਸ ਮਾਲਕ ਵਿੱਚ ਭੇਦ ਹੋ ਗਿਆ, ਲੀਨ ਹੋ ਗਿਆ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਹਨ। ਆਓ ਅਖੀਰ